ਫਰੀਦਾ ਦੋ ਦੀਵੀ ਬੁਲੰਦਿਆਂ ਮਲਕ ਬਹਿਠਾ ਆਏ। ਗੜ ਲੀਤਾ ਕੱਟ ਲੁੱਟਿਆ ਦੀਵੜੇ ਗਿਆ 부ਝਾਏ। ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜ ਬਾਤ। ਬਾਹਰ ਦਿਸੈ ਚਾਨਣ ਦਿਲ ਅੰਧਿਆਰੀ ਰਾਤ। ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜੋ ਤਨ ਰੱਤੇ ਰੱਬ ਸਿਉ ਤਿਨ ਤਨ ਰਤ ਨਾ ਹੋਏ। ਮਹਲਾ ਤੀਜਾ। ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ। ਸੋ ਸਹਿ ਜੋ ਸਹਿ ਰਤੇ ਆਪਣੇ ਤਿਨ ਤਨ ਲੋਭ ਰਤ ਨਾ ਹੋਏ। ਪੈ ਪਇਐ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ। ਜਿਉ ਬੈਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਹੰਢੈ ਉਨ ਕਤਾਇਂਦਾ ਪੈਦਾ ਲੋੜੈ ਪੱਟ। ਬਾਬਾ ਫਰੀਦ ਜੀ ਫਰਮਾਉਂਦੇ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਨਮਸਕਾਰ ਔਰ ਗੁਰੂ ਦੁਆਰਾ ਬਖਸ਼ੀ ਹੋਈ ਫਤਿਹ ਸਾਰੀ ਸੰਗਤ ਨੂੰ, ਗੁਰਬਾਣੀ ਵਿਚਾਰ ਦੇ ਗੁਰਮੁਖ ਜਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਜੀ ਫਰਮਾ ਰਹੇ ਹੈ ਵੀ ਬਜੌਰ ਦੇਸ਼ ਦੀਆਂ ਦਾਖਾਂ ਲੋੜਦਾ ਹੈ, ਬੀਜਦਾ ਜੱਟ ਕਿੱਕਰਾਂ। ਕਿੱਕਰਾਂ ਦੇ ਬੀਜ ਬੀਜ ਕੇ ਬਜੌਰ ਦੇਸ਼ ਦੀਆਂ ਦਾਖਾਂ ਭਾਲਦਾ। ਮਤਲਬ ਹੈ ਕੰਮ ਛੋਟੇ ਤੇ ਚਾਹਤਾਂ ਬੜੀਆਂ ਬੜੀਆਂ। ਹੰਢੈ ਉਨ ਕਤਾਇਂਦਾ ਪੈਦਾ ਲੋੜੈ ਪੱਟ। ਹੰਢੈ ਉਨ ਕਤਾਇਂਦਾ ਕੱਤ ਦਾ ਉਨੈ ਚਾਹੁੰਦਾ ਵੀ ਮੈਨੂੰ ਰੇਸ਼ਮ ਮਿਲ ਜਾਏ ਪਹਿਨਣੇ ਖਾਤਰ। ਪੱਟ ਰੇਸ਼ਮ ਹੁੰਦਾ। ਇਹ ਸ਼ਬਦ ਸਾਧ ਸੰਗਤ ਜੀ ਉਹ ਪੈਦਾ ਹੈ। ਜਦ ਹਿੰਦੀ ਦੀ ਤਰ੍ਹਾਂ ਇਹਨੂੰ ਬੋਲਦੇ ਆ ਫਿਰ ਪੈਂਦਾ ਬੋਲਦੇ ਆ ਕੁਛ ਲੋਕ। ਦੋਨੋਂ ਠੀਕ ਹੈ। ਜਿਵੇਂ ਉੱਪਰ ਜ਼ਿਕਰ ਆਇਆ ਬਾਬਾ ਫਰੀਦ ਜੀ ਦੇ ਸ਼ਲੋਕ ਜਿਹੜੇ ਆਪਾਂ ਪੜ੍ਹੇ ਆ ਪਹਿਲਾਂ ਵਿਚਾਰ ਤੋਂ ਸ਼ੁਰੂ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜੋ ਤਨ ਰੱਤੇ ਰੱਬ ਸਿਉ ਤਿਨ ਤਨ ਰਤ ਨਾ ਹੋਏ। ਮਹਲਾ ਤੀਜਾ। ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ। ਹੁਣ ਇਹ ਜਿਹੜਾ ਸ਼ਬਦ ਤਨ ਉਰੇ ਆਇਆ ਇਹ ਟਿੱਪੀ ਦੇ ਨਾਲ ਆਇਆ, ਤੱਤੇ ਪਰ ਟਿੱਪੀ ਨੰਨਾ ਔਂਕੜ। ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ। ਉੱਪਰ ਤਨ ਆਇਆ ਜੇ ਤਨ ਚੀਰੈ ਕੋਏ। ਸਾਧ ਸੰਗਤ ਜੀ ਉਹ ਸ਼ਬਦ ਤਨ ਹੀ ਹੈ। ਆਪਾਂ ਬੋਲਦੇ ਵੀ ਤਨ ਹੈ, ਲੇਕਿਨ ਕਿਤੇ ਕਿਤੇ ਗੁਰਬਾਣੀ 'ਚ ਇਸ ਤਰ੍ਹਾਂ ਭਾਰੀ ਕਰਨ ਖਾਤਰ ਟਿੱਪੀ ਲੱਗੀ ਹੋਈ ਹੈ। ਅਤੇ ਇਹਦੇ ਨਾਲ ਕੋਈ ਵਿਆਕਰਨ ਦੀ ਘੁੰਡੀ ਨਹੀਂ ਜੁੜੀ ਹੋਈ। ਇਹ ਸਿਰਫ ਸਮਝਣ ਵਾਲੀ ਗੱਲ ਹੈ ਵੀ ਕਈ ਲੋਕਾਂ ਦੀ ਭਾਸ਼ਾ ਵਿੱਚ ਤਨ ਹੁੰਦਾ, ਕਈ 'ਚ ਤਨ ਹੁੰਦਾ ਹੈ। ਔਰ ਕਿਤੇ ਕਿਤੇ ਰਾਗ ਦੇ ਅਨੁਸਾਰ ਗੁਰੂ ਮਹਾਰਾਜ ਜੀ ਇੱਕ ਮਾਤਰਾ ਵਧਾਉਣ ਖਾਤਰ ਟਿੱਪੀ ਵੀ ਲਾਉਂਦੇ। ਤੋ ਇਹ ਉਹੀ ਬਾਤ ਹੈ ਜਿਹੜੀ
ਆਪਣੇ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਜੀ ਕਹਿ ਰਹੇ ਸੀਗੇ, ਤਾਂ ਉੱਥੇ ਵੀ ਇਹੀ ਕਾਨੂੰਨ ਲਾਗੂ ਹੁੰਦਾ ਵੀ ਆਪਾਂ ਨੇ ਟਿੱਪੀ ਨੂੰ, ਕੌਂ ਜਿਹੜਾ ਸ਼ਬਦ ਹੈ ਉਹ ਟਿੱਪੀ ਕਿਤੇ ਕਿਤੇ ਲੱਗੀ ਹੋਈ ਹੈ ਗੁਰਬਾਣੀ 'ਚ ਕਈ ਜਗ੍ਹਾ, ਪਰ ਆਮ ਹਜ਼ਾਰਾਂ ਹੀ ਜਗ੍ਹਾ ਬਿਨਾਂ ਟਿੱਪੀ ਤੋਂ ਹੈ। ਤੋ ਸ਼ਬਦ ਕੌਏ ਹੀ ਹੈ। ਇੱਥੋਂ ਮਿਸਾਲ ਲੈ ਲਿਓ ਜੇ ਉੱਥੋਂ ਨਹੀਂ ਸਮਝ ਲੱਗਦੀ, ਤਨ ਔਰ ਤਨ ਹੈ ਸ਼ਬਦ ਤਨੇ ਹੈ, ਪਰ ਗੁਰਬਾਣੀ ਦੀ ਲਿਖਤ ਇਸ ਤਰ੍ਹਾਂ ਦੀ ਹੈ। ਪੈਦਾ ਪੈਂਦਾ, ਹੁਣ ਪੈਂਦਾ ਹਿੰਦੀ ਵਾਲੇ ਲੋਕ ਜ਼ਿਆਦਾ ਬੋਲਦੇ ਹੈ, ਪੈਦਾ ਆਪਾਂ ਬੋਲਦੇ ਹਾਂ ਪੰਜਾਬੀ 'ਚ। ਇਸ ਕਰਕੇ ਇਹ ਆਪਣੀ ਆਪਣੀ ਡਾਇਲੈਕਟ ਹੁੰਦੀ ਹੈ, ਆਪਾਂ ਉਸ ਤਰ੍ਹਾਂ ਬੋਲਦੇ ਹਾਂ। ਇਹਨਾਂ ਬਾਰੇ 'ਚ ਕੋਈ ਬਹੁਤਾ ਨਹੀਂ ਕੁਛ ਕਿਹਾ ਜਾ ਸਕਦਾ, ਵਿਆਕਰਨ ਇਹਦੇ ਬਾਰੇ ਕੁਛ ਨਹੀਂ ਨਿਰਣਾ ਕਰਦਾ। ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ। ਫਰੀਦ ਜੀ ਫਰਮਾਉਂਦੇ ਹੈ ਵੀ ਗਲੀਆਂ ਵਿੱਚ ਚਿੱਕੜ ਹੈ, ਘਰ ਦੂਰ ਹੈ ਪਿਆਰੇ ਦਾ, ਪ੍ਰੇਮ ਵੀ ਬਹੁਤ ਹੈ ਪਿਆਰੇ ਦੇ ਨਾਲ। ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਜੇ ਮੈਂ ਚੱਲਦਾ ਤਾਂ ਕੰਬਲੀ ਭਿੱਜਦੀ ਹੈ, ਜੇ ਨਹੀਂ ਜਾਂਦਾ ਫਿਰ ਪਿਆਰ ਟੁੱਟਦਾ, ਪ੍ਰੇਮ ਟੁੱਟਦਾ। ਇਹਦੇ ਨਾਲ ਇੱਕ ਸਾਖੀ ਵਿਚਾਰੀਏ। ਗੁਰੂ ਅਮਰਦਾਸ ਜੀ ਦੇ ਕੋਲ ਇੱਕ ਸਿੱਖ ਆਇਆ ਕਰਦਾ ਸੀ ਦਰਿਆ ਬਿਆਸਾ ਨੂੰ ਪਾਰ ਕਰਕੇ। ਉਹ ਇੱਕ ਦਿਨ ਦਰਿਆ ਬੜੀ ਤੁਗਿਆਨੀ 'ਚ ਸੀਗਾ, ਬੜਾ ਠਾਠਾ ਮਾਰਿਆ ਸੀਗਾ, ਹੜ੍ਹ ਆਇਆ ਹੋਇਆ ਸੀ ਵਿੱਚ। ਤੋ ਫਿਰ ਸਿੰਘ ਨੇ ਸੋਚਿਆ ਵੀ ਜੇ ਮੈਂ ਨਹੀਂ ਜਾਊਂਗਾ ਮੇਰੀ ਸ਼ਰਧਾ ਟੁੱਟਦੀ ਹੈ, ਠੱਲ ਪਿਆ ਵਿੱਚ। ਗੁਰੂ ਮਹਾਰਾਜ ਦਾ ਆਸਰਾ ਲੈ ਕੇ ਔਰ ਕਿਸੇ ਤਰੀਕੇ ਨਾਲ ਪਾਰ ਲੰਘ ਗਿਆ। ਗੁਰੂ ਮਹਾਰਾਜ ਨੇ ਉਹਨੂੰ ਫਰਮਾਇਆ ਬਈ ਸਿੰਘ ਜੀਓ, ਸਿੱਖ ਜੀਓ, ਤੁਸੀਂ ਅੱਜ ਰਹਿਣ ਦੇਣਾ ਸੀਗਾ, ਅੱਜ ਇੰਨੀ ਕਠਿਨਾਈ ਕਰਕੇ ਆਏ ਹੋ। ਕਹਿੰਦਾ ਜੀ ਬਸ ਗੱਲ ਇਹੀ ਹੈ ਵੀ ਜੇ ਮੈਂ ਨਾ ਆਉਂਦਾ ਫਿਰ ਮੇਰਾ ਪ੍ਰੇਮ ਟੁੱਟਦਾ, ਮੇਰੀ ਸ਼ਰਧਾ ਟੁੱਟਦੀ ਸੀ, ਮੌਤ ਦਾ ਮੈਨੂੰ ਕੋਈ ਡਰ ਨਹੀਂ। ਤਾਂ ਉਹੀ ਸ਼ਬਦ ਇੱਥੇ ਹੈ, ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇ। ਬੇਸ਼ੱਕ ਕੰਬਲੀ ਭਿੱਜੇ, ਪਰਮਾਤਮਾ ਵੱਲੋਂ ਮੀਂਹ ਕਿੰਨਾ ਹੀ ਪੈ ਜਾਏ। ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਹੀਂ। ਮੈਂ ਆਪਣੇ ਸੱਜਣ ਨੂੰ ਜਾ ਕੇ ਮਿਲ ਪਵਾਂ, ਮੇਰਾ ਪ੍ਰੇਮ ਨਾ ਕਿਤੇ ਟੁੱਟ ਜਾਵੇ। ਮੀਂਹ ਜਿੰਨਾ ਮਰਜ਼ੀ ਪਵੇ, ਕੰਬਲੀ ਜਿੰਨੀ ਮਰਜ਼ੀ ਭਿੱਜੇ, ਤਕਲੀਫਾਂ ਜਿੰਨੀਆਂ ਮਰਜ਼ੀ ਆ ਜਾਣ। ਇਹ ਹੈ ਸਰਗੁਣ ਸਰੂਪ ਦਾ ਪ੍ਰੇਮ। ਨਿਰਗੁਣ ਔਰ ਸਰਗੁਣ ਦੋ ਇੱਕ ਗੁਰਸ਼ਬਦ ਦੇ ਤਿੰਨੇ ਕਿਸਮ ਦੀ ਵਿਚਾਰ ਹੈ ਗੁਰੂ ਬਾਰੇ 'ਚ। ਤੀਨ ਰੂਪ ਹੈ ਮੋਹਿ ਕੋ ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਭਾਈ ਨੰਦ ਲਾਲ ਜੀ ਨੂੰ ਸਮਝਾਇਆ ਸੀ ਵੀ ਤਿੰਨ ਰੂਪ ਹੈ ਪਰਮਾਤਮਾ, ਕਹਿੰਦਾ ਮੇਰੇ ਨਿਰਗੁਣ ਸਰਗੁਣ ਔਰ ਗੁਰ ਸ਼ਬਦ। ਤੋ ਜਿਹੜਾ ਇਹ ਸਰਗੁਣ ਰੂਪ ਹੈ ਪਰਮਾਤਮਾ ਦਾ, ਗੁਰੂ ਸਾਹਿਬ ਵਾਲਾ ਜਦੋਂ ਉਸ ਖਿਆਤੀ ਵਿੱਚ ਸੀ, ਸਰੀਰ ਵਿੱਚ ਸੀਗੇ, ਉਹਦਾ ਕੋਈ ਅੰਤ ਨਹੀਂ ਹੁੰਦਾ, ਕੋਈ ਉਹਦੀ ਮਹਿਮਾ ਦਾ ਕੋਈ ਲੇਖਾ ਨਹੀਂ ਹੁੰਦਾ। ਉਹ ਇੰਨਾ ਪ੍ਰੇਮ ਔਰ ਸ਼ਰਧਾ ਹੁੰਦੀ ਹੈ ਵੀ ਜਾਨ ਤੱਕ ਵੀ ਬੰਦਾ ਕੁਰਬਾਨ ਕਰ ਦਿੰਦਾ। ਗੁਰੂ ਸਾਹਿਬ ਦੇ ਖਾਤਰ ਇਸੇ ਸਿਧਾਂਤ ਦੇ ਤਹਿਤ ਕੁਰਬਾਨੀਆਂ ਕਰੀਆਂ ਸਿੱਖਾਂ ਨੇ, ਆਪਣੀਆਂ ਜਾਨਾਂ ਵਾਰੀਆਂ। ਵੀ ਪ੍ਰੇਮ ਇੰਨਾ ਹੋ ਜਾਂਦਾ ਵੀ ਉੱਥੇ ਕਿਸੇ ਤਕਲੀਫ ਦਾ, ਕਿਸੇ ਕੰਬਲੀ ਭਿੱਜਣੇ ਦਾ, ਕਿਸੇ ਹੋਰ ਕੋਈ ਵੀ ਔਕੜ ਆਉਂਦੀ ਹੋਵੇ ਉਹਦਾ ਕੋਈ ਖਿਆਲ ਨਹੀਂ ਕਰਦਾ। ਜਿਹੜਾ ਸਿੱਖ ਹੁੰਦਾ ਉਹ ਜਾਂਦਾ ਹੈ ਗੁਰੂ ਕੋਲ, ਗੁਰੂ ਦੇ ਖਾਤਰ, ਉਹਦਾ ਹੁਕਮ ਮੰਨਣ ਖਾਤਰ ਜੋ ਮਰਜ਼ੀ ਹੋਵੇ ਉਹ ਕਰਦਾ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋ ਜਾਏ। ਹੁਣ ਇਹ ਵੀ ਸਾਧ ਸੰਗਤ ਜੋ ਇੱਕ ਵਿਆਕਰਨ ਦੇ ਵਿੱਚ ਬਾਤ ਆਉਂਦੀ ਹੈ ਵੀ ਮੈਲੀ, ਆਪਾਂ ਮੈਲੀ ਉਹ ਬੋਲਦੇ ਆਮ ਤੌਰ 'ਤੇ ਪੰਜਾਬੀ ਠੇਠ ਵਿੱਚ। ਕਾਲਾ, ਕਾਲਾ ਕੁੱਤਾ ਕਹਿੰਦੇ, ਕਾਲਾ ਨਹੀਂ ਕਹਿੰਦੇ। ਪਰ ਸਾਡਾ ਜਿਹੜਾ ਇਹ ਡਾਇਲੈਕਟ ਇੱਧਰਲਾ ਪੁਆਧੀ ਬੋਲੀ ਹੈ, ਹਿੰਦੀ ਦਾ ਪ੍ਰਭਾਵ ਕਰਕੇ ਅਸੀਂ ਇਹਨੂੰ ਲੈ ਬੋਲਦੇ ਹਾਂ, ਲੱਲੇ ਨੂੰ ਲੈ, ਮੈਲੀ। ਔਰ ਸ਼ਾਇਦ ਸੁੱਧ ਵੀ ਇਸ ਤਰ੍ਹਾਂ ਹੀ, ਕਿਉਂਕਿ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਹੈ ਪਟਿਆਲਾ ਯੂਨੀਵਰਸਿਟੀ ਨੇ ਹੁਣ ਛਾਪਿਆ ਐਨਸਾਈਕਲੋਪੀਡੀਆ, ਉਹਦੇ 'ਚ ਲੱਲੇ ਨੂੰ ਬਿੰਦੀ ਕਬੂਲ ਕਰ ਲਈ ਹੈ। ਪਹਿਲਾਂ 5 ਅੱਖਰਾਂ ਨੂੰ ਬਿੰਦੀ, ਸੱਸਾ ਬਿੰਦੀ ਸਾ, ਖੱਖਾ ਬਿੰਦੀ ਖਾ, ਫੱਫਾ ਬਿੰਦੀ ਫਾ ਵਗੈਰਾ ਹੁੰਦੀਆਂ ਸੀ, ਹੁਣ ਲੱਲਾ ਬਿੰਦੀ ਲਾ ਵੀ ਕਬੂਲ ਹੋ ਗਈ ਹੈ। ਤੋ ਜੇ ਆਪਾਂ ਇਹਨੂੰ ਪੜ੍ਹੀਏ, ਫਰੀਦਾ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋ ਜਾਏ, ਹੋਰ ਵੀ ਸਹੀ ਬਾਤ ਹੈ। ਹਾਲਾਂਕਿ ਮੈਲੀ ਕਹਿਣਾ ਵੀ ਕੋਈ ਗਲਤ ਨਹੀਂ,
ਕਿਉਂਕਿ ਟਕਸਾਲੀ ਬੋਲੀ ਵਿੱਚ ਮੈਲੀਓ ਆਉਂਦਾ, ਗਹਿਲਾ ਰੂਹ ਨਾ ਜਾਣੇ ਸਿਰ ਪੀ ਮਿੱਟੀ ਖਾਏ। ਮੂਰਖ ਰੂਹ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ, ਗਾਫਲ ਬੇਪਰਵਾਹ ਰੂਹ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ। ਮੈਂ ਤਾਂ ਹੁਣ ਪੱਗ ਦਾ ਹੀ ਫਿਕਰ ਹੈ ਵੀ ਮੇਰੀ ਪੱਗ ਨਾ ਕਿਤੇ ਮੈਲੀ ਹੋ ਜਾਵੇ। ਮੈਂ ਆਪਣੀ ਇੱਜ਼ਤ ਦਾ ਹਰ ਵਕਤ ਜਿਹੜੀ ਦੁਨਿਆਵੀ ਸੋ ਕਾਲਡ ਹਉਮੈ ਦੇ ਅਧੀਨ ਇੱਜ਼ਤ ਹੈ ਉਹਦਾ ਹੀ ਖਿਆਲ ਕਰੀ ਜਾਂਦਾ ਬੰਦਾ ਬਹੁਤ। ਮੇਰੀ ਰਹਿੰਦੀ ਨਹੀਂ ਹੈ। ਉਹ ਭਾਈ ਤੇਰੀ ਰਹਿੰਦੀ ਨਹੀਂ ਹੈ, ਤੇਰੀ ਤਾਂ ਬਿਲਕੁਲ ਹੀ ਨਹੀਂ ਰਹਿਣੀ। ਦਰਗਾਹ ਦੇ ਵਿੱਚ ਜਦ ਪਰਦਾ ਤੇਰਾ ਪਰਦਾ ਉਘੇੜ ਹੋਣਾ, ਦੁਨੀਆ ਦੇ ਵਿੱਚ ਜਿੰਨੀਆਂ ਮਰਜ਼ੀ ਬਣਾ ਲੈ ਪੈਂਠਾਂ, ਉੱਥੇ ਨਹੀਂ ਚੱਲਣੀ ਇਹ ਗੱਲ। ਉੱਥੇ ਤਾਂ ਜਿਹੜਾ ਉਰੇ ਨੀਮਾ ਹੋ ਕੇ ਗਿਆ, ਰੱਬ ਦਾ ਨਾਮ ਜਪ ਕੇ ਗਿਆ, ਉਸੇ ਦੀ ਕੀਮਤ ਪੈਣੀ। ਆ ਜਿਹੜੇ ਸਿਰ ਦੀ ਆ ਪੱਗ ਦੀ ਤੂੰ ਗੱਲ ਕਰਦਾ, ਇਹ ਤਾਂ ਮਿੱਟੀ ਨੇ ਖਾ ਜਾਣਾ, ਇਹ ਅੱਗ ਨੇ ਜਾਲ ਦੇਣਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓਂ ਮਾਂਝਾ ਦੁੱਧ। ਸ਼ੱਕਰ ਵੀ, ਖੰਡ ਵੀ, ਮਿਸ਼ਰੀ ਵੀ, ਗੁੜ ਵੀ, ਮਖੀਰ ਆਪਣਾ ਸ਼ਹਿਦ, ਮਾਂਝਾ ਦੁੱਧ। ਸ਼ਬਦ ਮਾਝਾ ਦੁੱਧ ਹੋਣਾ ਚਾਹੀਦਾ ਕਿਉਂਕਿ ਮੱਝਾਂ ਦੇ ਦੁੱਧ ਦੀ ਗੱਲ ਹੈ, ਪਰ ਕਿਸੇ ਡਾਇਲੈਕਟ ਦੇ ਵਿੱਚ ਮਾਂਝਾ ਵੀ ਬੋਲਦੇ। ਸਾਡੇ ਵੀ ਇੱਕ ਬੰਦਾ ਹੋਇਆ ਕਰਦਾ ਸੀਗਾ ਇਸ ਏਰੀਏ ਵਿੱਚ, ਉਹ ਕਹਿੰਦਾ ਹੁੰਦਾ ਸੀ ਫੇਰ ਨਾ ਕਹੀਂ ਮੈਂ ਮੰਝ ਚਾਉਣੀ ਜਾ ਕੇ, ਮੱਝ ਨੂੰ ਮੰਝ ਬੋਲਦਾ ਸੀ। ਇਹ ਪੰਜਾਬੀ ਸੁਭਾਅ ਵੀ ਹੈ, ਟਿੱਪੀ ਲਾ ਕੇ ਬੋਲਦੇ ਆਪਾਂ ਕਈ ਗੱਲਾਂ। ਪੂਛ ਨੂੰ ਪੂਛ ਕਹਿ ਦਿੰਦੇ ਉੱਪਰ ਟਿੱਪੀ ਲਾ ਕੇ, ਤੋ ਗੱਲ ਇੱਕੋ ਹੀ ਹੈ। ਮਾਂਝਾ ਦੁੱਧ ਜਾਂ ਮਾਂਝਾ ਦੁੱਧ, ਇਹ ਸਾਰੀਆਂ ਵਸਤੂ ਮਿੱਠੀਆਂ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੈ ਸਾਰੀਆਂ ਹੀ ਮਿੱਠੀਆਂ, ਪਰ ਜਿੰਨਾ ਮਿੱਠਾ ਮੇਰੇ ਵਾਹਿਗੁਰੂ ਜੀ ਉਹ ਤੁਸੀਂ ਹੋ, ਇੰਨਾ ਕੋਈ ਵੀ ਚੀਜ਼ ਮਿੱਠੀ ਨਹੀਂ। ਪਰ ਇਹ ਪਤਾ ਕਦੋਂ ਲੱਗੂਗਾ, ਜਦੋਂ ਅੰਦਰ ਨਾਮ ਚੱਲੂਗਾ, ਜਦੋਂ ਜ਼ੁਬਾਨ ਰਸ ਨਾਲ ਭਰੂਗੀ ਨਾ, ਫਿਰ ਪਤਾ ਚੱਲੂਗਾ ਵੀ ਸਭ ਤੋਂ ਮਿੱਠਾ ਤਾਂ ਇਹ ਹੈ, ਨਾਮ ਮਿੱਠਾ ਹੈ ਸਭ ਤੋਂ। ਬਾਕੀ ਚੀਜ਼ਾਂ ਵੀ ਮਿੱਠੀਆਂ, ਪਰ ਕੰਪੈਰੇਟਿਵਲੀ ਨਾਮ ਸਭ ਨਾਲੋਂ ਜ਼ਿਆਦਾ ਮਿੱਠਾ। ਉਹ ਚੀਜ਼ਾਂ ਰੱਬ ਦੇ ਮਿਠਾਸ ਦੀ ਬਰਾਬਰੀ ਨਹੀਂ ਕਰ ਸਕਦੀਆਂ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਬਾਬਾ ਫਰੀਦ ਜੀ ਫਰਮਾਉਂਦੇ ਵੀ ਮੇਰੀ ਰੋਟੀ ਲੱਕੜੀ ਵਰਗੀ ਕੈੜੀ ਹੈ, ਮਸ਼ੱਕਤ ਦੀ ਕਮਾਈ ਹੋਈ ਰੋਟੀ ਹੈ। ਔਰ ਲਾਵਣ, ਲਾਵਣ ਕਹਿੰਦੇ ਸਲੂਣੇ ਨੂੰ, ਸਬਜ਼ੀ ਨੂੰ। ਮੇਰੀ ਭੁੱਖ ਹੈਗੀ ਹੈ ਸਲੂਣਾ। ਭੁੱਖ ਲੱਗਦੀ ਹੈ ਤਾਂ ਸਭ ਕੁਛ ਕਬੂਲ ਹੁੰਦਾ, ਬੰਦਾ ਰੁੱਖੀ ਵੀ ਖਾ ਲੂਗਾ ਪਾਣੀ ਦੇ ਘੁੱਟ ਨਾਲ। ਜੇ ਭੁੱਖ ਨਹੀਂ ਹੈ ਤਾਂ ਚੰਗੀਆਂ ਚੰਗੀਆਂ ਸਬਜ਼ੀਆਂ ਪਕਵਾਨ ਮੂਹਰੇ ਰੱਖੇ ਪਏ ਹੋਵੇਂ ਉਹਨਾਂ ਨੂੰ ਵੀ ਜੀਅ ਨਹੀਂ ਕਰਦਾ ਖਾਣ ਨੂੰ। ਤੋ ਬਾਬਾ ਜੀ ਫਰਮਾਉਂਦੇ ਆ ਵੀ ਮੇਰੀ ਮੁਸ਼ੱਕਤ ਦੀ ਕਾਠ ਦੀ ਲੱਕੜੀ ਹੈ, ਲੱਕੜੀ ਵਰਗੀ ਰੋਟੀ ਹੈ, ਔਰ ਮੇਰੀ ਭੁੱਖ ਹੈ ਜਿਹੜੀ ਉਹ ਸਲੂਣਾ ਹੈ। ਮੈਂ ਤਾਂ ਇਹਨਾਂ ਦੇ ਨਾਲੇ ਸਾਰ ਦਿੰਦਾ। ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਹੜੇ ਚੋਪੜੀਆਂ ਖਾਂਦੇ ਆ, ਚੋਪੜੀ ਤੋਂ ਇਹਦਾ ਮਤਲਬ ਇਹ ਨਹੀਂ ਆਪਾਂ ਗ੍ਰਿਸ਼ਤੀਆਂ ਆਪਾਂ ਵੀ ਚੋਪੜੀ ਖਾਂਦੇ, ਉਹ ਮੁਰਾਦ ਨਹੀਂ ਹੈ। ਚੋਪੜੀ ਤੋਂ ਮੁਰਾਦ ਇੱਥੇ ਹੈ ਜਿਹੜੇ ਦੂਜਿਆਂ ਦੇ ਹੱਕ ਵਿੱਚੋਂ ਲਹੂ ਚੂਸ ਕੇ ਚੋਪੜਦੇ, ਯਾਨੀ ਘਣੇ ਪਦਾਰਥ ਖਾਂਦੇ, ਸਹਿਜ ਵਿੱਚ ਨਹੀਂ ਹੈ ਜਿਹੜੇ, ਉਹਨਾਂ ਨੂੰ ਦੁੱਖ ਪੈਣੇ ਅੱਗੇ ਫਿਰ ਬਹੁਤ ਜ਼ਿਆਦਾ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀ, ਜਹੀ ਜੀ ਮਿਲਦੀ ਹੈ ਰੁੱਖੀ ਸੁੱਖੀ ਖਾ ਕੇ ਭਾਈ ਠੰਡਾ ਪਾਣੀ ਪੀ ਕੇ ਗੁਜ਼ਾਰਾ ਕਰ ਲਓ। ਰੁੱਖੀ ਸੁੱਖੀ ਤੋਂ ਭਾਵ ਹੈ ਮਿਹਨਤ ਮੁਸ਼ੱਕਤ ਨਾਲ ਕਮਾਈ ਹੋਈ, ਉਹੀ ਜੀ ਰੋਟੀ ਖਾਓ। ਨਾ ਕਿ ਜੇ ਤੁਹਾਡੀ ਨਹੀਂ ਪਹੁੰਚ ਹੈ ਫਿਰ ਤੁਸੀਂ ਠੱਗੀਆਂ ਮਾਰ ਕੇ ਰੋਟੀ ਨੂੰ ਕਈ ਪ੍ਰਕਾਰ ਦੇ ਪਦਾਰਥ ਬਣਾਓ, ਉਹ ਠੀਕ ਨਹੀਂ। ਜਿਹੋ ਜੀ ਤੁਹਾਡੀ ਪਹੁੰਚ ਹੈ ਠੀਕ ਹੈ। ਹੁਣ ਇੱਕ ਰਾਜਾ ਹੈ, ਉਹਨੂੰ ਕਈ ਪ੍ਰਕਾਰ ਦੇ ਪਕਵਾਨ ਮਿਲਦੇ, ਉਹ ਪਕਵਾਨ ਖਾ ਕੇ ਖੁਸ਼ ਹੁੰਦਾ, ਠੀਕ ਹੈ। ਉਹਦਾ ਫਰਜ਼ ਬਣਦਾ ਖਲਕਤ ਦੀ ਸੇਵਾ ਕਰੇ, ਖਲਕਤ ਦੇ ਨਾਲ ਨਿਆਂ ਕਰੇ, ਨਿਆਂ ਦੀ ਚੂਲੀ ਭਰੇ, ਰਾਜੇ ਚੁੱਲੀ ਨਿਆਂ। ਉਹਦੇ ਵਾਸਤੇ ਰੁੱਖੀ ਸੁੱਖੀ ਦਾ ਮਤਲਬ ਨਹੀਂ ਹੈ। ਰੁੱਖੀ ਸੁੱਖੀ ਤੋਂ ਮੁਰਾਦ ਇਹ ਹੈ ਵੀ ਜੋ ਮਿਲ ਗਿਆ, ਜਿਹਾ ਜਿਹਾ ਮਿਲ ਗਿਆ, ਸਹਿਜ ਦੇ ਵਿੱਚ ਕਮਾ ਕੇ ਉਹ ਖਾਓ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ। ਦੂਜੇ ਦੇ ਵੱਲ ਨਿਗਾਹ ਮਾਰ ਕੇ ਬਈ ਉਹ ਫਲਾਣਾ ਬੰਦਾ ਇੰਨੀਆਂ ਇੰਨੀਆਂ ਚੀਜ਼ਾਂ ਖਾਂਦਾ ਹੈ, ਆਪਣੇ ਜੀਅ ਨੂੰ ਨਾ ਤਰਸਾ, ਦੁੱਖ ਪਾਏਗਾ। ਕਿਉਂਕਿ ਸਾਧ ਸੰਗਤ ਜੀ ਇਹ ਵੀ ਇੱਕ ਬਾਤ ਹੈ, ਗਿਆਨ ਦੀ ਗੱਲ ਹੈ ਬਈ ਜੇ ਅਮੀਰੀ ਵੱਲ ਦੇਖਣਾ ਹੈ ਤਾਂ ਆਪ ਤੇ ਛੋਟਿਆਂ ਵੱਲ ਦੇਖੋ, ਜਿਹੜੇ ਆਪਾਂ ਤੋਂ ਵੀ ਗਰੀਬ ਹੈ, ਜਿਨ੍ਹਾਂ ਨੂੰ ਇੱਕ ਟਾਈਮ ਨਸੀਬੇ ਨਹੀਂ ਹੁੰਦਾ ਅੰਨ, ਉਹਨਾਂ ਵੱਲ ਦੇਖੋ, ਖੁਸ਼ ਰਹੋਗੇ। ਤੇ ਜੇ
ਗਿਆਨ ਦੇਖਣਾ ਹੈ, ਪਰਮਾਰਥ ਦੇਖਣਾ ਹੈ, ਬ੍ਰਹਮ ਗਿਆਨ ਦੇਖਣਾ ਹੈ ਤਾਂ ਆਪ ਤੇ ਉੱਚਿਆਂ ਵੱਲ ਦੇਖੋ, ਸੰਤਾਂ ਵੱਲ ਦੇਖੋ। ਲੇਕਿਨ ਪੈਸਾ ਧੇਲਾ ਮਾਇਆ ਇਹ ਆਪ ਤੇ ਛੋਟੇ ਦੀ ਦੇਖੋ, ਫਿਰ ਖੁਸ਼ ਰਹੋਗੇ। ਅਗਰ ਉੱਪਰਲੇ ਦੀ ਦੇਖਣ ਲੱਗ ਗਏ ਫਿਰ ਦੁਖੀ ਹੋਵੋਗੇ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਬਾਬਾ ਜੀ ਫਰਮਾਉਂਦੇ ਹੈ ਵੀ ਅੱਜ ਮੈਂ ਆਪਣੇ ਪਤੀ ਦੀ ਸੇਵਾ ਨਹੀਂ ਕਰੀ, ਮੇਰੇ ਅੰਗ ਮੁੜ ਮੁੜ ਜਾਂਦੇ, ਮੈਨੂੰ ਉੱਬੂ ਚੁੱਬੂ ਆਉਂਦੇ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਬਿਹਾਏ। ਜਿਹੜੀ ਸਦਾ ਹੀ ਦੁਹਾਗਣੀ ਹੈ, ਛੱਡੀ ਤਲਾਕੀ ਹੋਈ ਹੈ, ਜਿਹਨੂੰ ਕਦੇ ਪਤੀ ਦਾ ਪਿਆਰ ਨਸੀਬੇ ਨਹੀਂ ਹੁੰਦਾ, ਉਹਨੂੰ ਜਾ ਕੇ ਪੁੱਛੋ ਵੀ ਤੇਰੀ ਰਾਤ ਕਿਵੇਂ ਨਿਕਲਦੀ ਹੈ। ਬੜਾ ਮੁਸ਼ਕਲ ਹੈ ਆਪਣੇ ਪਤੀ ਤੋਂ ਬਗੈਰ ਗੁਜ਼ਾਰਾ ਕਰਨਾ ਔਰਤ ਦਾ, ਕਿ ਖਾਸ ਕਰਕੇ ਜਿਹੜੀ ਦੁਹਾਗਣ ਹੋਵੇ। ਇਹਨੂੰ ਆਪਾਂ ਪਰਮਾਰਥ ਪ੍ਰਸੰਗ 'ਚ ਲੈਣਾ ਹੈ। ਸ਼ਬਦ ਭਾਵੇਂ ਦੁਨਿਆਵੀ ਹੈ, ਵੀ ਜਿਹੜੇ ਕਦੇ ਰੱਬ ਨੂੰ ਯਾਦ ਹੀ ਨਹੀਂ ਕਰਦੇ ਉਹਨਾਂ ਦਾ ਕਿਆ ਹਾਲ ਹੁੰਦਾ ਹੋਊਗਾ। ਬਾਬਾ ਜੀ ਤਾਂ ਕਹਿੰਦੇ ਵੀ ਮੈਂ ਅੱਜ ਇੱਕ ਦਿਨ ਉਹਨੂੰ ਯਾਦ ਨਹੀਂ ਕਰਿਆ, ਵੀ ਸਾਨੂੰ ਸਮਝਾਉਣ ਖਾਤਰ ਕਹੀ ਹੋਈ ਬਾਤ ਹੈ। ਉਹ ਤਾਂ ਰੋਜ਼ੇ ਕਰਦੇ ਸੀ ਉਹਨੂੰ ਯਾਦ, ਵੀ ਮੈਂ ਤਾਂ ਇੱਕ ਦਿਨ ਵੀ ਯਾਦ ਨਹੀਂ ਕਰਿਆ ਤਾਂ ਮੇਰੇ ਤਾਂ ਅੰਗ ਮੁੜ ਮੁੜ ਜਾਂਦੇ, ਮੈਨੂੰ ਤਾਂ ਹੌਲ ਪੈਂਦੇ, ਡੋਬ ਪੈਂਦੇ। ਵੀ ਉਹਨਾਂ ਨੂੰ ਪੁੱਛੋ ਜਾ ਕੇ ਜਿਹੜੇ ਉਹਨੂੰ ਕਦੇ ਯਾਦ ਹੀ ਨਹੀਂ ਕਰਦੇ। ਜਿਵੇਂ ਆਪਾਂ ਲੋਕ ਆਪਾਂ ਕਦੇ ਕਰਦੇ ਉਹਨੂੰ ਯਾਦ, ਭੁੱਲੇ ਹੋਏ ਸਾਰਾ ਕੁਛ। ਸਹੁਰੇ ਢੋਈ ਨਾ ਲਹੈ ਪਈਏ ਨਾਹੀ ਥਾਂ। ਸਹੁਰਿਆਂ 'ਚ ਕੋਈ ਢੋਈ ਨਹੀਂ, ਪੇਕਿਆਂ ਵਿੱਚ ਕੋਈ ਜਗ੍ਹਾ ਨਹੀਂ ਹੈ ਉਸ ਔਰਤ ਦੀ। ਫਿਰ ਬਾਤੜੀ ਨਾ ਪੁੱਛਈ ਧਨ ਸੁਹਾਗਣ ਨਾ। ਜਿਹਨੂੰ ਸਹੁਰਿਆਂ 'ਚ ਕੋਈ ਪੁੱਛਦਾ ਨਾ ਹੋਵੇ, ਪਤੀ ਉਹਦਾ ਉਹਨੂੰ ਬੁਲਾਉਂਦਾ ਹੀ ਨਾ ਹੋਵੇ, ਬਾਤਚੀਤ ਵੀ ਨਾ ਹੋਵੇ, ਧਨ ਸੁਹਾਗਣ ਨਾ, ਉਹਨੂੰ ਸੁਹਾਗਣ ਕਿਵੇਂ ਕਹੀਏ। ਯਾਨੀ ਜਿਹੜਾ ਨਾਮ ਜਪਦਾ ਹੀ ਨਹੀਂ ਹੈ ਉਹਨੂੰ ਸੰਤ ਕਿਵੇਂ ਕਹੀਏ। ਭਾਵੇਂ ਉੱਪਰੋਂ ਉੱਪਰੋਂ ਜੋ ਮਰਜ਼ੀ ਲਿਬਾਸ ਪਾ ਲਵੇ ਉਹ। ਫਿਰ ਪਰਦੇਸ ਸ਼ਿੰਗਾਰ ਬਣਾਏ ਨਾਨਕ ਮਨਮੁਖ ਅੰਧ ਐਸੇ ਕਰਮ। ਉੱਪਰੋਂ ਉੱਪਰੋਂ ਬਣਾ ਲਿਆ, ਸਾਧਾਂ ਵਾਲਾ ਭਗਵੇਂ ਪਾ ਲਏ ਜਾਂ ਗੋਲ ਪੱਗ ਬੰਨ੍ਹ ਲਈ, ਲੰਬਾ ਝੱਗਾ ਪਾ ਲਿਆ, ਲੇਕਿਨ ਨਾਮ ਅੰਦਰ ਹੈ ਹੀ ਨਹੀਂ, ਪਤੀ ਪੁੱਛਦਾ ਹੀ ਨਹੀਂ ਉਹਦਾ। ਉਹ ਆਪਣੇ ਆਪ ਨੂੰ ਸੰਤ ਕੁਹਾਵੇ ਫਿਰ ਸ਼ਰਮ ਦੀ ਗੱਲ ਹੈ। ਦਰਗਾਹ ਦੇ ਵਿੱਚ ਨੰਗਾ ਹੋ ਜਾਣਾ ਪੜਦਾ। ਫਿਰ ਅੰਤਕਾਲ ਕਾਤੀ ਕਟਿਓ ਵਾਸ ਨਰਕ ਮੋਲੀ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ। ਬੁਰੀ ਹੋਣੀ ਅੱਗੇ। ਅਗਰ ਕੋਈ ਸੰਤ ਬਣ ਗਿਆ, ਨਾਮ ਮਿਲ ਗਿਆ, ਪ੍ਰਾਪਤੀ ਹੋ ਗਈ, ਇਹ ਕੋਈ ਗੁਨਾਹ ਨਹੀਂ ਹੈ। ਉਹ ਸੰਤ ਦੀ ਤਰ੍ਹਾਂ ਵਿਚਰਨਾ ਵੀ ਚਾਹੀਦਾ ਉਹਨੂੰ। ਫਿਰ ਉਹ ਪਾ ਲਵੇ ਬੇਸ, ਚੰਗੀ ਗੱਲ ਹੈ। ਪਰ ਜਿਹੜਾ ਅਜੇ ਹੈ ਹੀ ਨਹੀਂ, ਉਹ ਦਿਖਾਵਾ ਕਰੇ ਪਾ ਕੇ, ਉਹ ਗੱਲ ਠੀਕ ਨਹੀਂ। ਉਹ ਸੁਹਾਗਣ ਨਹੀਂ ਹੈ, ਉਹ ਪਤੀ ਵੱਲੋਂ ਦੂਰ ਹੈ, ਦੁਹਾਗਿਆ ਤਲਾਕਿਆ ਹੋਇਆ। ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾ। ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ। ਸਹੁਰਿਆਂ ਵਿੱਚ ਵੀ ਪੇਕਿਆਂ ਵਿੱਚ ਵੀ ਆਪਣੇ ਪਤੀ ਦੀ ਬਣ ਕੇ ਰਹਿਣਾ ਹੈ। ਕਿਉਂਕਿ ਜਿਹੜਾ ਸਾਡਾ ਪਤੀ ਹੈ ਪਰਮਾਤਮਾ, ਉਹ ਅਗੰਮ ਵੀ ਹੈ, ਅਥਾਹ ਵੀ ਹੈ। ਉਹਦਾ ਥਾਉ ਵੀ ਨਹੀਂ ਪਾਇਆ ਜਾ ਸਕਦਾ, ਇੰਨਾ ਡੂੰਘਾ ਅਗੰਮ ਹੈ, ਉਹਦੇ ਤਾਈਂ ਪਹੁੰਚ ਵੀ ਨਹੀਂ ਹੋ ਸਕਦੀ। ਸੁਹਾਗਣੀ ਉਹੀ ਹੈ ਜਿਹੜੀ ਉਸ ਬੇਪਰਵਾਹ ਨੂੰ ਭਾ ਜਾਂਦੀ ਹੈ। ਜਿੰਨਾ ਚਿਰ ਸਾਡੀ ਨਜ਼ਰ ਸਾਡੇ ਪਰ ਨਜ਼ਰ ਨਹੀਂ ਨਾ ਉਹਦੀ ਪੈਂਦੀ, ਯਾਨੀ ਸਾਨੂੰ ਨਾਮ ਨਹੀਂ ਉਹ ਬਖਸ਼ਦਾ, ਉਨਾ ਚਿਰ ਸਾਡੀ ਕੋਈ ਕੀਮਤ ਨਹੀਂ। ਇੱਕ ਧੇਲੇ ਜਿੰਨੀ ਕੀਮਤ ਹੈ। ਸਾਰੀ ਵਡਿਆਈ ਨਾਮ ਦੀ ਹੈ। ਨਾਮ ਤੋਂ ਬਿਨਾਂ ਅਸੀਂ ਕਿਸੇ ਕੌਡੀ ਦੇ ਨਹੀਂ। ਏਕ ਰਤੀ ਬਿਨ ਏਕ ਰਤੀ ਕੇ। सारे ही देश को देख रहे हो मत को न देखित प्राणपति के। श्री भगवान की पाए कृपा हुते एक रति बिन एक रत्ती के। ਦੇਖੇ ਸਾਰੇ ਕਿਸਮ ਦੇ ਸੰਤ ਸਮੂਹ ਟੋਲੇ, ਜੈਨੀ ਸਰੇਵੜੇ, ਸਾਧੂ ਨੰਗੇ ਸਾਧੂ। ਗੁਰੂ ਸਾਹਿਬ ਫਰਮਾਉਂਦੇ ਦਸ਼ਮੇਸ਼ ਜੀ ਬਈ ਸਾਰੇ ਦੇਖੇ ਆ ਪਰ ਪ੍ਰਾਣਪਤੀ ਰੱਬ ਪਰ ਕੋਈ ਨਹੀਂ ਖੜਾ ਹੈ। ਸਭ ਡੁਅਲਟੀ 'ਚ ਫਸੇ ਹੋਏ ਆ, ਆਪਣੀ ਪੂਜਾ ਕਰਾਉਣ ਲੱਗੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣਪਤੀ ਕੇ। ਉਸ ਪ੍ਰਾਣਪਤੀ ਨੂੰ ਕੋਈ ਨਹੀਂ ਦੇਖ ਰਿਹਾ ਹੈ, ਆਪਣੇ ਆਪਣੀ ਮੈਂ ਜਪਾ ਰਹੇ ਸਭ। ਔਰ ਜਿਹਦੇ ਉੱਪਰ ਉਹਦੀ ਕਿਰਪਾ ਨਹੀਂ ਹੁੰਦੀ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰੱਤੀ ਕੇ। ਉਸ ਰਤਨਾ ਜਿਹੜਾ ਉਹ ਪਰਮਾਤਮਾ ਦੇ ਨਾਲ ਜੇ ਉਹ ਹੈ ਨਹੀਂ ਤਾਂ ਇੱਕ ਕੌਡੀ ਇੱਕ ਰੱਤੀ ਜਿੰਨੀ ਕੀਮਤ ਹੈ। ਆਹ ਮਤਲਬ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਉਸ ਬੇਪਰਵਾਹ ਨੂੰ ਉਹ ਪਾਉਂਦੀ ਹੈ।
ਜਿਹੜੀ ਭਾਗੀ ਉਹੀ ਅਸਲ ਸੁਹਾਗਣ ਹੈ, ਦੂਜੀਆਂ ਸਭ ਦੁਹਾਗਣਾ। ਜਿਹਨਾਂ ਦੇ ਕੰਤ ਪ੍ਰਗਟੇ ਨਹੀਂ ਅੰਦਰ, ਉੱਪਰੋਂ ਉੱਪਰੋਂ ਜੋ ਮਰਜ਼ੀ ਕਰੀ ਜਿਵੇਂ, ਦਿਖਾਵਾ ਕਰੀ ਜਿਵੇਂ, ਡਰਾਮਾ ਕਰੀ ਜਿਵੇਂ, ਉਹ ਨਹੀਂ ਸਫਲ ਹੋਣਗੇ। ਨਹਾਤੀ ਧੋਤੀ ਸੰਭ ਹੀ ਸੁੱਤੀ ਆਏ ਨਚਿੰਦ। ਨਹਾ ਧੋ ਕੇ ਸਵਾਰ ਕੇ ਆਪਣੇ ਆਪ ਨੂੰ ਨਿਚਿੰਤ ਹੋ ਕੇ ਬੇਫਿਕਰ ਹੋ ਕੇ ਸੌਂਗੀ। ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਤੂਰੀ ਕੰਧ। ਪਤੀ ਦਾ ਮਿਲਾਪ ਨਹੀਂ ਹੋਇਆ, ਬੇੜੀ ਹਿੰਗ ਦੀ ਬੇੜੀ ਹੋਈ ਰਹਿ ਗਈ, ਯਾਨੀ ਦੁਰਗੰਧ ਆਉਂਦੀ ਰਹੀ ਕੋਲ, ਤੇ ਜਿਹੜੀ ਕਤੂਰੀ ਕੰਧ ਮਿਲਣੀ ਸੀ ਪਤੀ ਦੇ ਮਿਲਾਪ 'ਚ ਉਹ ਤਾਂ ਮਿਲੀ ਉਹ ਨਹੀਂ ਹੈ। ਬਥੇਰੀ ਨਹਾਤੀ ਧੋਤੀ, ਆਪਣੇ ਆਪ ਨੂੰ ਸਵਾਰ ਲਿਆ, ਸਜ ਲਿਆ, ਮੇਕਅਪ ਕਰ ਲਿਆ, ਬੇਫਿਕਰ ਹੋ ਕੇ ਸੌਂਗੀ, ਪਤੀ ਦੀ ਸਾਰ ਨਹੀਂ ਲਈ। ਤੋ ਇਸ ਤਰ੍ਹਾਂ ਹੈ ਜਿਵੇਂ ਹਿੰਗ ਦੀ ਬੇੜੀ ਵੀ ਹੁੰਦੀ ਹੈ, ਹਿੰਗ ਤੋਂ ਬਦਬੂ ਆਉਂਦੀ ਹੁੰਦੀ ਹੈ। ਜਿਹੜੀ ਕਸਤੂਰੀ ਦੀ ਗੰਧ ਹੈ ਉਹ ਤੋਂ ਬਿਰਵੀ ਰਹਿ ਗਈ, ਕੋਈ ਸੰਤਾਨ ਨਹੀਂ ਪੈਦਾ ਕਰ ਸਕਦੀ ਫਿਰ ਉਹ ਇਹੀ ਜਿਹੀ ਔਰਤ। ਇਹਦਾ ਭਾਵ ਫਿਰ ਉਹੀ ਹੈ, ਗਹਿਰਾ ਅੰਦਰ ਤੋਂ ਪਰਮਾਰਥਕ ਭਾਵ ਹੈ ਵੀ ਪਰਮਾਤਮਾ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ। ਉੱਪਰੋਂ ਨਹਾ ਧੋ ਕੇ ਚਿੱਟੇ ਕੱਪੜੇ ਪਾ ਲਏ ਜਾਂ ਭਗਵਾ ਵੇਸ ਕਰ ਲਿਆ, ਬੇਫਿਕਰ ਹੋ ਕੇ ਸੌਂਗੇ ਵੀ ਹੁਣ ਲੋਕ ਸਾਨੂੰ ਸੰਤ ਬਾਬਾ ਕਹਿਣ ਲੱਗ ਗਏ ਜਾਂ ਹੋਰ ਕੋਈ ਲਕਬ ਦੇਣ ਲੱਗ ਗਏ, ਬਸ ਹਿੰਗ ਦੇ ਵਿਹੜੇ ਹੋਏ, ਕਸਤੂਰੀ ਗੰਧ ਨਹੀਂ ਹੈ ਫਿਰ ਕੋਲ। ਤੋ ਸਾਧ ਸੰਗਤ ਜੀਓ, ਇਹ ਤਾਂ ਸੀ ਅੱਜ ਦੀ ਵਿਚਾਰ। ਆਪਣੀ ਤੁੱਛ ਬੁੱਧੀ ਅਨੁਸਾਰ ਥੋੜ੍ਹੀ ਜਿਹੀ ਵਿਚਾਰ ਹੋਰ ਕਰਨੀ ਹੈ। ਸਮਾਜ ਦੇ ਵਿੱਚ, ਸਾਡੇ ਸਿੱਖ ਸਮਾਜ 'ਚ ਵੀ ਬਹੁਤ ਸਾਰੀਆਂ ਮਨੌਤਾਂ ਔਰ ਕੁਪ੍ਰਥਾਵਾਂ ਚੱਲਦੀਆਂ, ਕੁਬੁੱਧ ਚੱਲਦੀ ਹੈ। ਉਹਨਾਂ ਦੀ ਥੋੜ੍ਹੀ ਜਿਹੀ ਵਿਚਾਰ ਗੁਰਬਾਣੀ 'ਚ ਵੀ ਬਹੁਤ ਹੈ। ਭਾਈ ਗੁਰਦਾਸ ਜੀ ਦੇ ਸ਼ਬਦ ਲੈਣੇ ਆਪਾਂ ਨੇ ਅੱਜ। ਜੋਧ ਜਠੇਰੇ ਮੰਨੀਅਨ ਸਤੀਆਂ ਸੌਤ ਟੋਬੜੀ ਟੋਏ। ਸਾਧ ਸੰਗਤ ਗੁਰ ਸ਼ਬਦ ਬਿਨ ਮਰ ਮਰ ਜੰਮਨ ਦਈ ਬਿਗੋਏ। ਜੋਧ ਜਠੇਰੇ ਮੰਨੀਅਨ, ਯੋਧਿਆਂ ਨੂੰ ਜਿਵੇਂ ਸੁੱਚਾ ਸੂਰਮਾ ਹੋ ਗਿਆ ਜਾਂ ਹੋਰ ਇਹੋ ਜਿਹੇ ਆਪਾਂ ਕਲਪਿਤ ਕਰਦੇ ਹਾਂ, ਜੱਗਾ ਡਾਕੂ ਹੋ ਗਿਆ, ਇਹਨਾਂ ਦੀਆਂ ਬੜੀਆਂ ਗਾਥਾ ਗਾਉਂਦੇ। ਔਰ ਜਠੇਰਿਆਂ ਨੂੰ ਬੜਾ ਮੰਨਦੇ ਆ। ਅੱਜ ਕੱਲ੍ਹ ਤਾਂ ਦੇਖਿਆ ਦਾਸ ਨੇ ਜਿੱਥੇ ਮੜੀਆਂ ਉਹਦੇ ਉੱਪਰ ਚਾਦਰਾਂ ਪਾ ਕੇ ਨਾ ਟੀਨ ਦੀਆਂ, ਉੱਥੇ ਮਹਾਰਾਜ ਦਾ ਪ੍ਰਕਾਸ਼ ਵੀ ਕਰਦੇ ਆ ਲੋਕ। ਇੰਨੀ ਅਗਿਆਨਤਾ ਸਿੱਖਾਂ ਦੇ ਵਿੱਚ। ਜੋਧ ਜਠੇਰੇ ਮੰਨੀਅਨ ਸਤੀਆਂ ਸੌਤ ਟੋਬੜੀ ਟੋਏ। ਇਹਨਾਂ ਦੀ ਮਨੌਤ ਕਰਦੇ, ਮੰਨਦੇ ਆ, ਸਤੀਆਂ ਨੂੰ ਮੰਨਦੇ ਆ। ਸਤੀ ਕਿਆ ਹੁੰਦੀ ਹੈ? ਪੁਰਾਣੇ ਸਮਿਆਂ ਦੇ ਵਿੱਚ ਕੋਈ ਔਰਤ ਜਾਂ ਸਤੀ ਹੁੰਦੀ ਸੀ, ਆਪਣੇ ਘਰ ਵਾਲੇ ਦੀ ਡੈਥ ਦੇ ਨਾਲ ਹੀ ਮਰ ਜਾਂਦੀ ਸੀ ਜਾਂ ਮਾਰ ਦਿੱਤੀ ਜਾਂਦੀ ਸੀ ਚਿਖਾ 'ਚ ਗੇਰ ਕੇ। ਉੱਥੇ ਨਾ ਉਹ ਇੱਕ ਉੱਚੀ ਜਿਹੀ ਸਮਾਧ ਬਣਾਉਂਦੇ ਸੀ, ਉਹਨੂੰ ਸਤੀ ਕਹਿੰਦੇ। ਖੇਤਾਂ 'ਚ ਹੁੰਦੀਆਂ ਕਿਤੇ ਕਿਤੇ ਦੇਖੀਆਂ ਦੱਸਦੇ। ਉਹਨਾਂ ਦੀ ਪੂਜਾ ਕਰਦੇ। ਸੌਤ ਹੁੰਦੀ ਹੈ ਸੌਕਣ, ਕਿਸੇ ਦੀ ਪਹਿਲੀ ਘਰ ਵਾਲੀ ਮਰੀ ਹੋਵੇ ਆ ਕੇ ਉਹ ਆਉਂਦੀ ਹੈ, ਇਹਦੇ ਵਿੱਚ ਕਸਰ ਹੁੰਦੀ ਹੈ, ਉਹਨੂੰ ਸੌਤ ਕਹਿੰਦੇ। ਟੋਬੜੀ ਟੋਏ, ਟੋਬਿਆਂ ਨੂੰ ਟੋਇਆਂ ਨੂੰ ਮੰਨੀ ਜਾਂਦੇ, ਉੱਥੇ ਉਹ ਮੱਥੇ ਟੇਕੀ ਜਾਂਦੇ। ਇਹ ਸਿੱਖ ਦਾ ਕਰਮ ਨਹੀਂ ਹੈ, ਅੰਧ ਵਿਸ਼ਵਾਸ ਹੈ। ਸਤੀਆਂ ਸੌਤ ਟੋਬੜੀ ਟੋਏ। ਸਾਧ ਸੰਗਤ ਗੁਰ ਸ਼ਬਦ ਬਿਨ ਮਰ ਮਰ ਜੰਮਣ ਦਈ ਬਿਗੋਏ। ਭਾਈ ਗੁਰਦਾਸ ਜੀ ਫਰਮਾਉਂਦੇ ਵੀ ਜਿਹੜੇ ਸਾਧੂ ਦੀ ਜਾਂ ਗੁਰੂ ਕੀ ਸੰਗਤ ਨਹੀਂ ਕਰਦੇ, ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦੇ, ਉਸ ਤੋਂ ਬਿਨਾਂ ਉਹ ਪਰਮਾਤਮਾ ਦੇ ਮਾਰੇ ਹੋਏ ਹੈ, ਭਟਕਾਏ ਹੋਏ ਹੈ, ਔਰ ਮਰੀ ਜਾਂਦੇ, ਜੰਮੀ ਜਾਂਦੇ, 84 ਬਣੀ ਰਹਿੰਦੀ। ਮਰ ਮਰ ਜੰਮਨ ਦਈ ਬਿਗੋਏ। ਦੱਦਾ ਈੜੀ ਨੂੰ ਵਿਆਰੀ ਹੈ ਸਾਧ ਸੰਗਤ ਜੀ। ਇਹ ਵਿਆਕਰਨ ਦਾ ਭੇਦ ਹੈ। ਦੇਖੋ, ਦੱਦਾ ਯਈਏ ਨੂੰ ਔਂਕੜ, ਇਹਨੂੰ ਆਮ ਜਿਹੜਾ ਟਕਸਾਲੀ ਪਾਠ ਹੈ ਉਹ ਦਈਊ ਕਰਾਇਆ ਜਾਂਦਾ ਹੈ, ਜਦ ਕਿ ਜਿਹੜੀ ਔਂਕੜ ਲੱਗੀ ਹੋਈ ਹੈ ਉਹ ਇੱਕ ਵਚਨ ਕਰਕੇ ਹੈ, ਪਰਮਾਤਮਾ ਇੱਕ ਹੈ। ਦਈ ਪਰਮਾਤਮਾ ਨੂੰ ਕਹਿੰਦੇ। ਆਹ ਦੇਖੋ, ਦੱਦਾ ਈੜੀ ਨੂੰ ਵਿਆਰੀ ਭਾਈ ਗੁਰਦਾਸ ਜੀ ਨੇ ਵੀ ਸੇਧ ਪਾਈ ਹੈ, ਔਰ ਗੁਰਬਾਣੀ ਵਿੱਚ ਵੀ ਇਹ ਸੇਧ ਹੈ। ਨਿੰਦਕ ਕੋ ਦਈ ਛੋੜੈ ਨਾਹੀਂ, ਉੱਥੇ ਵੀ ਦੱਦਾ ਈੜੀ ਨੂੰ ਵਿਆਰੀ ਹੈ। ਨਿੰਦਕ ਕੋ ਦਈ ਛੋੜੈ ਨਾਹੀਂ। ਤੋ ਫਿਰ ਹੁਣ ਅਸੀਂ ਆਪਣੀ ਹਠ ਧਰਮੀ 'ਚ ਕਈ ਦਫਾ ਇਸ ਤਰ੍ਹਾਂ ਬੋਲੀ ਜਾਂਦੇ ਹਾਂ ਵੀ ਸਾਨੂੰ ਇਸ ਤਰ੍ਹਾਂ ਪੜ੍ਹਾਇਆ ਗਿਆ ਹੈ। ਮੁਬਾਰਕ ਹੈ, ਕਰੀ ਜਾਓ ਜਿਸ ਨੇ ਕੁਛ ਕਰਨਾ, ਲੇਕਿਨ ਵਿਆਕਰਨ ਤਾਂ ਇਹੀ ਕਹਿੰਦਾ ਹੈ ਬਈ ਇਹ ਸ਼ਬਦ ਦਈ ਹੈ। ਸੌਣ ਸ਼ਗਨ ਵਿਚਾਰਣੇ 9 ਗ੍ਰਹਿ 12 ਰਾਸ ਵਿਚਾਰ।
ਭਾਈ ਗੁਰਦਾਸ ਜੀ ਫਰਮਾ ਰਹੇ ਹੈ ਵੀ ਸਾਉਣ ਸ਼ਗਨ ਨੂੰ ਮੰਨਣਾ ਸਾਡਾ ਹਿੰਦੂ ਸਮਾਜ ਵਿੱਚ ਔਰ ਉਹਨਾਂ ਦੀ ਰੀਸੋ ਰੀਸ ਸਿੱਖ ਸਮਾਜ 'ਚ ਵੀ ਇਹ ਬਹੁਤ ਚੱਲਦਾ। ਸਾਉਣ ਸ਼ਗਨ, ਸਾਉਣ ਸ਼ਾਸਤਰ, ਇਹ ਕਿਆ ਹੁੰਦਾ ਹੈ? ਅੱਗੇ ਖਾਲੀ ਘੜਾ ਮਿਲ ਗਿਆ ਕਿ ਕੰਮ ਨਹੀਂ ਬਣਨਾ, ਪੰਡਤ ਮਿਲ ਗਿਆ ਕੰਮ ਨਹੀਂ ਬਣਨਾ, ਝੋਟਾ ਮਾਲੀ ਮਿਲ ਗਿਆ ਕੰਮ ਨਹੀਂ ਬਣਨਾ, ਇਸ ਤਰ੍ਹਾਂ ਦੀਆਂ ਮਨੌਤਾਂ, ਇਹਨਾਂ ਦਾ ਕੋਈ ਮਕਸਦ ਨਹੀਂ ਹੈ। ਇਹ ਖਾਲੀ ਅੰਧ ਵਿਸ਼ਵਾਸ ਹੈ, ਦੂਜਾ ਭਾਉ ਹੈ, ਪਰਮਾਤਮਾ ਤੋਂ ਦੂਰੀ ਹੈ, ਭਰਮ ਹੈ। ਇਹਨਾਂ ਭਰਮਾਂ ਨੂੰ ਗੁਰਬਾਣੀ ਨੇ ਕੱਢਿਆ ਬਾਹਰ ਆਪਣੇ ਸਿੱਖ ਦੇ ਵਿੱਚੋਂ। ਜਿਹੜੇ ਇਹਨਾਂ ਦੀਆਂ ਵਿਚਾਰਾਂ ਕਰਦੇ ਆ ਬੁੱਧਵਾਰ ਵੀਰਵਾਰ ਦੀਆਂ, ਇਹ ਵੀ ਉਹੀ ਹੈ। ਇੱਕ ਨਵਾਂ ਮਕਾਨ ਬਣਨ ਤੋਂ ਪਹਿਲਾਂ ਉਹਦੇ ਉੱਤੇ ਇੱਕ ਕਾਲਾ ਛਿੱਤਰ ਜਾਂ ਕਾਲੇ ਜਿਹੇ ਮੂੰਹ ਵਾਲਾ ਇੱਕ ਨਜ਼ਰ ਬੱਟੂ ਟੰਗਿਆ ਜਾਂਦਾ ਵੀ ਨਜ਼ਰ ਨਾ ਲੱਗ ਜੇ। ਇਹ ਸਾਰਾ ਹੀ ਗਲਤ ਕੰਮ ਹੈ, ਮਤਲਬ ਅੰਧ ਵਿਸ਼ਵਾਸ ਹੈ। ਕੋਈ ਇਹਨਾਂ ਦਾ ਮਤਲਬ ਗੁਰਬਾਣੀ ਦੇ ਅਨੁਸਾਰ ਹੈ ਨਹੀਂ ਠੀਕ। 9 ਗ੍ਰਹਿ, 9 ਗ੍ਰਹਿਾਂ ਦੀਆਂ ਵਿਚਾਰਾਂ, 12 ਰਾਸ ਵਿਚਾਰਾਂ, 12 ਰਾਸ਼ੀਆਂ। ਅਖਬਾਰ ਚੱਕ ਕੇ ਪਹਿਲਾਂ ਸਿੱਖ ਵੀ ਰਾਸ਼ੀ ਦੇਖਦੇ ਆ ਆਪਣੀ, ਉਹੀ ਰਾਸ਼ੀ ਅੱਖਰ ਦੇ ਹਿਸਾਬ ਨਾਲ ਰਾਵਣ ਦੀ ਸੀ, ਉਹੀ ਰਾਮਚੰਦਰ ਜੀ ਦੀ ਸੀ। ਫਰਕ ਦੋਹਾਂ 'ਚ ਕਿੰਨਾ ਸੀ ਸੋਚ ਵਿੱਚ। ਸੋ ਰਾਸ਼ੀਆਂ ਰੂਸੀਆਂ ਦੀਆਂ ਵਿਚਾਰਾਂ, ਗ੍ਰਹਿਾਂ ਦੀਆਂ ਵਿਚਾਰਾਂ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਗੁਰੂ ਸਾਹਿਬ ਫਰਮਾਉਂਦੇ। ਹਉਮੈ ਜਾਏ ਸ਼ਬਦ ਕਰ ਲਈ। ਕਿਉਂ ਪੰਡਤ ਜੀ ਉਹ ਕਿਉਂ ਝੂਠ ਬੋਲਦਾ? ਇਹ ਜਿਹੜਾ ਤੂੰ ਦੱਸ ਰਿਹਾ ਲੋਕਾਂ ਨੂੰ, ਇਹ ਰੱਬ ਤੋਂ ਦੂਰੀ ਬਣਾ ਰਿਹਾ। ਤੇਰੇ ਆਪਣੇ ਅੰਦਰ ਵੀ ਭਰਮ ਹੈ, ਤੂੰ ਲੋਕਾਂ ਨੂੰ ਵੀ ਭਰਮਾਂ 'ਚ ਪਾ ਰਿਹਾ। ਹਉਮੈ ਜਾਊਗੀ ਜਦ ਤੇਰੀ ਅੰਦਰੋਂ ਈਗੋ ਜਾਊਗੀ ਨਾ, ਸ਼ਬਦ ਦੇ ਰਾਹੀਂ ਆਪਣੇ ਘਰ ਨੂੰ ਪਾਲੇਗਾ, ਨਿੱਜ ਘਰ 'ਚ ਵਾਸਾ ਹੋ ਜਾਊਗਾ। ਤੂੰ ਵਾਹਿਗੁਰੂ ਨੂੰ, ਰਾਮ ਨੂੰ, ਭਗਵਾਨ ਨੂੰ ਪਾਲੇਗਾ। ਛੱਡ ਦੇ ਇਹਨਾਂ ਇਹ ਵਿਚਾਰਾਂ ਨੂੰ, ਦੂਜਿਆਂ ਨੂੰ ਵੀ ਨਾ ਭਰਮਾਂ 'ਚ ਪਾ। 9 ਗ੍ਰਹਿ 12 ਰਾਸ ਵਿਚਾਰਾ, ਇਹਨਾਂ ਵਿਚਾਰਾਂ 'ਚ ਕੁਛ ਨਹੀਂ ਰੱਖਿਆ। ਸਾਉਣ ਸ਼ਗਨ 'ਚ ਕੁਛ ਨਹੀਂ ਰੱਖਿਆ ਹੋਇਆ। ਛਿੱਕ ਮਾਰਤੀ ਕਿਸੇ ਨੇ ਆ ਕੇ ਹੁਣ ਕੰਮ ਨਹੀਂ ਬਣਨਾ, ਥੋੜ੍ਹਾ ਜਿਹਾ ਅਟਕ ਜਾਓ। ਜਾਂਦੇ ਜਾਂਦੇ ਬਿੱਲੀ ਰਸਤਾ ਕੱਟ ਗਈ ਜਾਂ ਸੜਕ ਪਾਰ ਕਰ ਗਈ, ਉੱਥੇ ਖੜਾ ਕੇ ਫਿਰ ਸੜਕ ਦੇ ਜੁੱਤੀਆਂ ਮਾਰਦੇ ਖੋਲ ਕੇ। ਦਾਸ ਨੇ ਦੇਖਿਆ ਆਪਣੀ ਅੱਖੀਂ ਹੁੰਦਾ ਇਹ ਸਾਰਾ ਕੁਛ, ਪਿੰਡਾਂ 'ਚ ਹੁਣ ਵੀ ਬਹੁਤ ਚੱਲਦਾ। ਇਹ ਇੱਕ ਵਾਰੀ ਕਣਕ ਦਾ ਬੋਹਲ ਲੱਗਿਆ ਹੋਇਆ ਸੀ, ਉਹ ਮਿਲਣੀ ਸੀਗੀ ਕਣਕ ਵੀ ਕਿੰਨੀ ਹੈ, ਸ਼ਾਇਦ ਕਿਸੇ ਨੂੰ ਦੇਣੀ ਸੀ ਵਿੱਚੋਂ। ਉਹ ਦਾਸਰਾ ਘਰ ਤੋਂ ਤੱਕੜੀ ਲੈ ਕੇ ਆਇਆ ਤੇ ਮੁੰਡੇ ਤੇ ਟੰਗ ਲਿਆ, ਇੱਕ ਪਲੜਾ ਮੂਹਰੇ ਇੱਕ ਪਿੱਛੇ। ਛੋਟਾ ਜਿਹਾ ਹੋਣਾ 4 ਸਾਲ ਦਾ 5 ਸਾਲ ਦਾ, ਮੈਨੂੰ ਯਾਦ ਹੈ ਲੇਕਿਨ ਗੱਲ। ਤਾਂ ਮੇਰੇ ਘਰਦਿਆਂ ਨੇ ਮੈਨੂੰ ਕਾਫੀ ਕੋਸਿਆ ਵੀ ਇੱਕ ਨਹੀਂ ਤੱਕੜੀ ਕਰੀਦੀ, ਇਹ ਅੰਧ ਵਿਸ਼ਵਾਸ ਹੈ। ਸਾਡੇ ਬਜ਼ੁਰਗ ਬਾਪ ਦਾਦੇ ਵੀ ਤਾਂ ਇਹ ਕੁਛ ਕਰਦੇ ਆਏ। ਦੀਵਾਲੀ ਦੀ ਰਾਤ ਨੂੰ ਇੱਕ ਦੇਵੀ ਦੇ ਰੂਪ 'ਚ ਇੱਕ ਹੱਟੀ ਜੀ ਬਣਾ ਕੇ, ਲక్ష్ਮੀ ਦੀ, ਉਹਦੀ ਪੂਜਾ ਕਰਦੇ ਆ, ਦੀਵੇ ਬਾਲਦੇ ਆ, ਉਹਦੇ 'ਚ ਚਾਂਦੀ ਦਾ ਰੁਪਈਆ ਵੀ ਰੱਖਦੇ ਆ। ਇਹ ਸਾਰਾ ਕੁਛ ਚੱਲਦਾ ਹੈ ਸਮਾਜ ਦੇ ਵਿੱਚ ਹੈ। ਇਹ ਸਾਰਾ ਕੁਛ ਸਿੱਖ ਵਾਸਤੇ ਹੈ ਨਹੀਂ। ਸਿੱਖ ਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ। ਗੁਰੂ ਸਾਹਿਬ ਫਰਮਾਉਂਦੇ ਆ, ਮਨਮੁਖ ਦੇ ਹੀ ਭਰਮ ਪਤਾਰੋ। ਅਸੀਂ ਮਨਮੁਖ ਲੋਕ ਹੈ। ਜਿਹੜਾ ਸਾਡਾ ਸਰੀਰ ਹੈ, ਸਾਡਾ ਜਿਹੜਾ ਪਤੀ ਹੈ, ਉਹ ਭਰਮ ਹੈ। ਅਸੀਂ ਭਰਮ ਨਾਲ ਚੱਲਦੇ ਹਾਂ, ਗੱਲ ਗੱਲ 'ਚ ਭਰਮ ਹੈ। ਹਰ ਇੱਕ ਐਕਸ਼ਨ ਦੇ ਵਿੱਚ ਅਸੀਂ ਭਰਮ ਨਾਲ ਜੁੜੇ ਹੋਏ ਹਾਂ। ਕੰਚਨ ਦੇਹੀ ਸ਼ਬਦ ਪਤਾਰੋ। ਇਹ ਸੋਨੇ ਵਰਗੀ ਦੇਹੀ ਹੋ ਜੂਗੀ, ਗੁਰਮੁਖਾਂ ਵਾਲੀ ਦੇਹੀ ਹੋ ਜੂਗੀ ਜੇ ਸ਼ਬਦ ਨੂੰ ਆਪਣਾ ਪਤੀ ਮੰਨ ਲਈਏ। ਸ਼ਬਦ ਦੇ ਅਨੁਸਾਰ ਤਾਂ ਅਸੀਂ ਤੁਰਦੇ ਨਹੀਂ। ਅਸੀਂ ਤਾਂ ਪੰਡਤ ਜੀ ਦੀਆਂ ਕਹੀਆਂ ਹੋਈਆਂ ਗੱਲਾਂ ਨਾਲ ਚੱਲਦੇ। ਉਹ ਭਰਮ ਹੈ, ਸਾਰਾ ਹੀ ਭਰਮ ਜਾਲ ਹੈ। ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਹੈ ਆਈ, ਕਬੀਰ ਜੀ ਦਾ ਵਚਨ। ਸਾਨੂੰ ਸਾਡਿਆਂ ਪੈਰਾਂ ਨੂੰ ਬੇੜੀਆਂ ਪਾ ਦਿੱਤੀਆਂ ਹੋਈਆਂ ਸਿਮਰਤੀਆਂ ਨੇ। 4 ਵਰਨ ਵੰਡ ਕਰ ਦਿੱਤੀ ਹੈ, 4 ਜਗ੍ਹਾ। ਮਨੁੱਖਤਾ ਦੇ ਵਿੱਚ ਆਪਸ ਵਿੱਚ ਬਹੁਤ ਭੇਦ ਪਾ ਦਿੱਤਾ ਗਿਆ। ਤੋ ਇਹ ਭਰਮ ਹੈ ਭਾਈ। ਸਾਰੇ ਉਸੇ ਦੇ ਜੀਵ ਹੈ, ਸਭ ਸਤਿਕਾਰਤ ਹੈ। ਜਿਹੜੇ ਸਾਡੇ ਸ਼ੂਦਰ ਭਰਾ ਹੈ ਉਹ ਵੀ ਰੱਬ ਦੇ ਉਨੇ ਹੀ ਹੈ ਜਿੰਨੇ ਅਸੀਂ ਹੈ। ਇਸ ਕਰਕੇ ਇਹੋ ਜਿਹਾ ਕੁਛ ਨਹੀਂ ਮੰਨਣਾ, ਨਾ ਮਨ ਵਿੱਚ ਲਿਆਉਣੀ ਹੈ ਗੱਲ। ਇੱਕ ਹੋਰ ਦੇਖਿਆ ਦਾਸ ਨੇ, ਸ਼ਹਿਰਾਂ ਦੇ ਵਿੱਚ ਨਿੰਬੂ ਮਿਰਚ ਦਾ ਟੂਣਾ ਕਰਦੇ 5 ਰੁਪਏ ਦਾ। ਹੁਣ ਤਾਂ ਨਿੰਬੂ ਮਹਿੰਗੇ ਹੋ ਗਏ, ਪਿੱਛੇ ਜੇ 300 ਰੁਪਏ ਕਿਲੋ ਸੀ ਨਿੰਬੂ ਦੀ ਜਗ੍ਹਾ, ਹੁਣ ਪਿਆਜ਼ ਰੱਖਣ ਲੱਗ ਗਏ ਸੀ। ਇਹ ਭਰਮ ਹੈ ਸਾਰਾ ਹੀ। ਕਿਸੇ ਨਿੰਬੂ ਦੇ, ਪਿਆਜ਼ ਦੇ ਜਾਂ ਕਿਸੇ ਮਿਰਚ ਦੇ ਟੂਣੇ ਨੇ ਕੋਈ ਵੱਧ ਨਿਗਾਹ ਨਹੀਂ ਰੋਕਣੀ ਹੈ।
ਨਾ ਹੀ ਕੋਈ ਲੱਗਦੀ ਹੈ ਇਸ ਤਰ੍ਹਾਂ, ਨਾ ਹੀ ਕੁਝ ਹੁੰਦਾ। ਸਾਡਾ ਆਪਣਾ ਮਨ ਦੇ ਹੀ ਖਿਆਲ ਹੁੰਦੇ ਆ ਸਾਰੇ। ਤੇ ਜੇ ਲੱਗਦੀ ਵੀ ਹੋਊ ਚਲੋ ਮੰਨ ਲਓ, ਪਰ ਜਿਹੜਾ ਬਾਣੀ ਪੜ੍ਹਨੇ ਵਾਲਾ ਉਹਨੂੰ ਨਹੀਂ ਲੱਗ ਸਕਦੀ, ਉਹਦੇ ਨੇੜੇ ਵੀ ਨਹੀਂ ਫਟਕ ਸਕਦੀ ਨਾਮ ਵਾਲੇ ਬੰਦੇ ਦੇ ਚੀਜ਼ਾਂ। ਇੱਕ ਸਾਖੀ ਦਾਸਰਾ ਸਾਂਝੀ ਕਰ ਰਿਹਾ ਆਪ ਜੀ ਦੇ ਨਾਲ, ਤਾਂ ਕਿ ਆਪ ਨੂੰ ਗੱਲ ਪਕੜ ਵਿੱਚ ਆ ਜਾਏ। ਦੱਸਣ ਦਾ ਮਕਸਦ ਇੰਨਾ ਹੀ ਹੈ, ਇਸ ਤੋਂ ਵੱਧ ਕੁਛ ਨਹੀਂ ਹੈ। ਇੱਕ ਵਾਰੀ ਦਾਸਰੇ ਦਾ ਲੜਕਾ ਜਦੋਂ ਪੜ੍ਹਦਾ ਸੀ ਮੈਡੀਕਲ ਕਾਲਜ ਵਿੱਚ, ਉੱਥੇ ਜੰਮੂ ਦਾ ਇੱਕ ਵਿਦਿਆਰਥੀ ਦੇ ਨਾਲ ਰੂਮਮੇਟ ਸੀਗਾ, ਉਹਨੂੰ ਚਿਕਨ ਪੌਕਸ ਨਿਕਲੇ। ਉਹਦੇ ਨਾਲ ਬੁਖਾਰ ਵੀ ਹੁੰਦਾ, ਬੜੇ ਬੜੇ ਦਾਣੇ ਜਿਹੇ ਨਿਕਲੇ ਉਹਨੇ। ਸਮਾਲ ਪੌਕਸ ਤਾਂ ਅੱਜ ਕੱਲ੍ਹ ਹੁੰਦੀ ਨਹੀਂ, ਉਹ ਤਾਂ ਖਾਤਮਾ ਹੋ ਚੁੱਕਿਆ, ਪਰ ਚਿਕਨ ਪੌਕਸ ਹੁੰਦੀ ਹੈ, ਛੋਟਿਆਂ ਨੂੰ ਵੀ ਬੜਿਆਂ ਨੂੰ ਵੀ ਹੋ ਜਾਂਦੀ ਹੈ। ਇੱਕ ਹੁੰਦੀ ਹੈ ਛੋਟੀ ਜੀ, ਉਹਨੂੰ ਕਹਿੰਦੇ ਮੀਜ਼ਲਸ, ਮਸਰੀ ਦੇ ਦਾਣੇ ਵਰਗੇ ਨਿਕਲਦੇ ਉਹਨੇ, ਖਸਰਾ ਕਹਿੰਦੇ ਉਹਨੂੰ। ਤੋ ਇਹ ਚਿਕਨ ਪੌਕਸ ਇਨ ਬਿਟਵੀਨ ਹੈ ਸਮਾਲ ਪੌਕਸ ਦੇ ਔਰ ਖਸਰੇ ਦੇ। ਉਹ ਨਿਕਲਿਆ ਹੀ, ਸਾਨੂੰ ਫੋਨ ਕਰਿਆ ਵੀ ਪਾਪਾ ਮੇਰੇ ਰੂਮਮੇਟ ਨੂੰ ਨਿਕਲਿਆ ਹੀ, ਮੈਨੂੰ ਵੀ ਡਰ ਹੈ। ਅਸੀਂ ਕਿਹਾ ਵੀ ਕੋਈ ਨਹੀਂ, ਤੂੰ ਛੁੱਟੀ ਲੈ ਲੈ, ਆ ਜਾ 2-3 ਦਿਨ। ਉਰੇ ਆਇਆ ਤੇ ਆਉਂਦੀ ਸਾਰ ਨਿਕਲਿਆ ਜੀ, ਕਿਉਂਕਿ ਇਹ ਛੂਤ ਦੀ ਬਿਮਾਰੀ ਹੈ, ਲਾਗੇ ਦੀ ਬਿਮਾਰੀ ਹੈ, ਹਵਾ ਤੋਂ ਹੀ ਹੋ ਜਾਂਦੀ ਹੈ। ਔਰ ਉਹ 20-21 ਦਿਨ ਰਹੀ ਸੀ ਸਾਧ ਸੰਗਤ ਜੀ। ਲੜਕਾ ਹੁਣ ਡਾਕਟਰ ਹੈ ਵੈਸੇ ਉਹ। ਤੇ 20-21 ਦਿਨ ਸਾਨੂੰ ਜਿੰਨੇ ਵੀ ਮਿਲਣ ਵਾਲੇ ਪਿੰਡ 'ਚ ਆਏ, ਜਿਹੜੀਆਂ ਘਾਹ ਖੋਤਣ ਵਾਲੀਆਂ ਬੀਬੀਆਂ ਜਾਂਦੀਆਂ ਹੁੰਦੀਆਂ ਸੀ, ਉਹ ਵੀ ਜਾਂਦੀਆਂ ਹੁੰਦੀਆਂ ਖੜ੍ਹਦੀਆਂ ਸੀ, ਸਭ ਨੇ ਇੱਕੋ ਗੱਲ ਕਹਿਣੀ ਮੇਰੇ ਮਿਸਿਜ ਨੂੰ ਕਿ ਭੈਣ ਜੀ ਡਾਕਟਰ ਸਾਹਿਬ ਤਾਂ ਮੰਨਦਾ ਨਹੀਂ, ਤੂੰ ਇਹਨੂੰ ਹੱਥ ਹੌਲਾ ਕਰਾ ਕੇ ਲਿਆ, ਮੱਥਾ ਟੇਕ ਮਾਤਾ ਰਾਣੀ ਦਾ, ਇਹ ਕੁੰਤੀ ਹੋਈ ਹੈ। ਇਹੋ ਜਿਹੀਆਂ ਗੱਲਾਂ ਕਰਕੇ ਲੰਘ ਜਾਣਾ। ਮੰਨਦੀ ਤਾਂ ਉਹ ਵੀ ਨਹੀਂ ਸੀ, ਉਹ ਸੁਣ ਲੈਂਦੀ ਸੀ ਗੱਲ। ਮੈਂ ਤਾਂ ਸੁਣਦਾ ਨਹੀਂ ਸੀ, ਕਰਕੇ ਮੇਰੇ ਕੋਲ ਕਰਦੇ ਨਹੀਂ ਸੀ। ਜਿਹੜਾ ਸਾਡੀ ਜ਼ਮੀਨ ਵਾਹੁੰਦਾ ਸੀ, ਉਹਨੇ ਵੀ ਇੱਕ ਦਿਨ ਆ ਕੇ ਕਿਹਾ ਵੀ ਮੈਂ ਇਹਨੂੰ ਇੱਕ ਉੱਥੇ ਡੇਰਾ ਸਾਡੇ ਲਾਗ ਗੁਸਾਈ ਵਾਲਾ, ਵੀ ਉੱਥੇ ਮੱਥਾ ਟਿਕਾ ਲਿਆਉਣਾ, ਲੋਕ ਉੱਥੇ ਜਾਂਦੇ ਹੁੰਦੇ। ਤੋ ਮੈਨੂੰ ਕਿਹਾ ਵੀ ਇਸ ਤਰ੍ਹਾਂ ਕਹਿੰਦਾ ਸੀ, ਦਰਸ਼ਨ ਸੀ ਉਹਦਾ ਨਾਂ। ਮੈਂ ਕਿਹਾ ਬਿਲਕੁਲ ਨਹੀਂ ਜਾਣਾ। ਉਹ ਇਹ ਵੀ ਕਹਿ ਕੇ ਗਿਆ ਬਟਾਵਾ ਸਾਡਾ, ਵੀ ਜੇ ਕੁਛ ਹੋ ਗਿਆ ਉਲਟਾ ਸਿੱਧਾ, ਵੀ ਜੇ ਹੋਣ ਲੱਗਿਆ ਫਿਰ ਉੱਥੇ ਜਾਏ ਤੇ ਕਿਹੜੇ ਵੱਜ ਜਾਣਾ ਭਾਈ। ਤੋ ਮਹਾਰਾਜ ਨੇ ਬਹੁਤ ਅੰਦਰ ਦ੍ਰਿੜਤਾ ਦਿੱਤੀ ਹੋਈ ਹੈ, ਬਾਣੀ ਤੋਂ ਹੀ ਬਣੀ ਹੈ, ਗੁਰੂ ਤੋਂ ਬਣੀ ਹੈ, ਪਹਿਲਾਂ ਨਹੀਂ ਸੀ ਹੁੰਦੀ ਇਸ ਤਰ੍ਹਾਂ ਦੀ। ਉਹ ਭਾਈ ਜੇ ਹੋਣਾ ਹੀ ਹੋਇਆ ਫਿਰ ਕਿਹੜੇ ਰੁਕ ਜਾਣਾ। ਉਹ ਜਿਨ੍ਹਾਂ ਨੂੰ ਜਿੰਨੀ ਲਿਖੀ ਹੋਈ ਹੈ ਉਨੀ ਉਹਨੇ ਭੋਗਣੀ ਹੈ। ਆਪਾਂ ਨੂੰ ਪਤਾ ਇਤਿਹਾਸ ਦੇ ਵਿੱਚੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਮਾਲ ਪੌਕਸ ਦੀ ਬਿਮਾਰੀ ਦੇ ਵਿੱਚ ਹੀ ਉਹਨਾਂ ਦਾ ਇੱਥੋਂ ਆਗਮਨ, ਉਹ ਮਤਲਬ ਚਲਾਣਾ ਹੋਇਆ ਸੀ, ਜੋਤੀ ਜੋਤ ਸਮਾਏ ਸੀ। ਜਦ ਉਹ ਐਡੀਆਂ ਸ਼ਖਸੀਅਤਾਂ ਵੀ ਜਾ ਸਕਦੀਆਂ ਤਾਂ ਸਾਡਾ ਤਾਂ, ਅਸੀਂ ਤਾਂ ਕੋਈ ਪਾਏਦਾਰ, ਸਾਡੀ ਪਾਇਆ ਹੀ ਕਿਆ, ਅਸੀਂ ਉਹਨਾਂ ਦੇ ਚੀਚੀ ਵਰਗੇ ਵੀ ਨਹੀਂ ਹੈ, ਉਂਗਲੀ ਵਰਗੇ ਵੀ ਨਹੀਂ ਹੈ। ਤਾਂ ਮੰਨਣਾ ਹੀ ਪੈਣਾ ਹੈ ਵੀ ਭਾਣਾ ਤਾਂ ਬਣ ਹੋ ਕੇ ਰਹਿੰਦਾ ਵੀ ਭਾਈ, ਜੇ ਹੋ ਜਾਊਗਾ ਕੁਛ ਤਾਂ ਹੋ ਜਾਵੇ। ਹੁਣ ਉਹਦੇ ਬਾਰੇ ਅਸੀਂ ਕੁਛ ਨਹੀਂ ਕਰਨਾ, ਦਵਾਈ ਹੈ, ਜੇ ਬੁਖਾਰ ਹੁੰਦਾ ਤਾਂ ਉਹ ਗੋਲੀ ਦੇ ਦਿੰਦੇ। ਰਿਹਾ 20-21 ਦਿਨ, ਚਲੋ ਹਟ ਹੋ ਗਿਆ, ਮਹਾਰਾਜ ਨੇ ਬੜੀ ਕਿਰਪਾ ਕਰ ਦਿੱਤੀ। ਤਾਂ ਉਸ ਦੇ ਤਹਿਤ ਕਿੰਨਾ ਹੀ ਕੁਛ ਕਰ ਲੈਂਦੇ, ਉਹ ਸਾਰਾ ਅੰਧ ਵਿਸ਼ਵਾਸ ਸੀ। ਔਰ ਲੋਕ ਕਰਦੇ ਆ, ਕਿਤੋਂ ਪਾਣੀ ਕਰਾ ਕੇ ਲਿਆਉਂਦੇ, ਉਹ ਪਾਣੀ ਦੇ ਛਿੱਟੇ ਦਿੰਦੇ। ਇਹ ਸਾਰਾ ਹੀ ਅਡੰਬਰ ਹੈ, ਝੂਠ ਹੈ, ਭਰਮ ਹੈ। ਦਾਸਰਾ ਐਵੇਂ ਨਹੀਂ ਕਹਿ ਰਿਹਾ, ਉੱਪਰੋਂ ਪ੍ਰੈਕਟੀਕਲੀ ਕਰਕੇ ਦੇਖ ਰਿਹਾ ਰੋਜ਼ ਇਹ ਚੀਜ਼ਾਂ। ਬਿਲਕੁਲ ਭਰਮ ਹੈ, ਇਹਨਾਂ 'ਚ ਕੁਛ ਨਹੀਂ ਰੱਖਿਆ ਵਾ। ਬਸ ਗੱਲ ਨਾਮ ਦੀ ਹੈ, ਵੀ ਨਾਮ ਨਾਲ ਜੁੜ ਜਾਓ, ਸ਼ਬਦ ਦੇ ਨਾਲ ਜੁੜ ਜਾਓ, ਬਾਣੀ ਪੜ੍ਹਨ ਲੱਗ ਜਾਓ, ਇਹਨਾਂ ਚੀਜ਼ਾਂ ਦੀ ਸਮਝ ਆ ਜਾਣੀ ਹੈ। ਆਪਾਂ ਬਾਣੀ ਨੂੰ ਵਿਚਾਰਦੇ ਨਹੀਂ, ਆਪਾਂ ਨੂੰ ਇਹ ਗਹਿਰਾਈ 'ਚ ਪਤਾ ਨਹੀਂ ਲੱਗਦਾ। ਜੇ ਕੋਈ ਕਹਿੰਦਾ ਵੀ ਹੈ, ਉਹਦੀ ਗੱਲ ਨੂੰ ਮੰਨਦੇ ਨਹੀਂ ਹੈ। ਦਾਸਰੇ ਨੂੰ 30-40 ਸਾਲ ਤੋਂ ਪਿੰਡ ਵਿੱਚ ਲੱਗੇ ਹੋਏ ਨੂੰ ਹੋ ਗਏ, ਬਹੁਤ ਘੱਟ 2-4 ਬੰਦਿਆਂ ਨੇ ਕੁਛ ਗੱਲਾਂ ਮੰਨੀਆਂ, ਸਾਰੀਆਂ ਤਾਂ ਉਹਨਾਂ ਨੇ ਵੀ ਨਹੀਂ, ਪਰ ਬਾਕੀ ਪਿੰਡ ਉਸੇ ਤਰ੍ਹਾਂ ਨਹੀਂ ਮੰਨਣਾ ਚਾਹੁੰਦੇ। ਉਹਦਾ ਕਾਰਨ ਇਹ ਹੈ ਵੀ ਉਹ ਗੁਰਬਾਣੀ ਨੂੰ ਸਟੱਡੀ ਨਹੀਂ ਕਰਦੇ। ਦੂਜੇ ਦੀ ਗੱਲ ਨੂੰ ਇਹ ਕਹਿੰਦੇ ਨੇ ਵੀ ਫਲਾਣੇ ਨੇ ਕਿਹਾ ਤਾਂ ਥਾ, ਪਰ ਚਲੋ ਸਭ ਕਰਦੇ ਹਾਂ, ਆਪਾਂ ਵੀ ਕਰੋ। ਤੋ ਇਹ ਗੱਲਾਂ ਵਿਚਾਰਨ ਵਾਲੀਆਂ ਸਾਧ ਸੰਗਤ ਜੀ। ਆਪ ਜੀ ਸਾਰੇ ਜਿੰਨੇ ਵੀ ਵਿਦਵਾਨ ਸੱਜਣ ਹੈ, ਕਮ ਸੇ ਕਮ ਆਪਣੇ ਅੰਦਰ ਤਾਂ ਦ੍ਰਿੜਤਾ ਹੋਣੀ ਚਾਹੀਦੀ ਹੈ। ਇੱਕ ਦੀਵਾ ਅੱਗੇ ਕਿੰਨੇ ਦੀਵੇ ਬਾਲ ਦਿੰਦਾ। ਫਿਰ ਅਰਥੀ ਦਾ ਮੋਢਾ ਬਦਲਨੇ ਵਿਚਾਲੇ ਰੱਖ ਕੇ ਰਸਤੇ 'ਚ, ਭਾਵੇਂ ਥੋੜ੍ਹੀ ਜਿਹੀ ਦੂਰੇ ਐਵੇਂ 10-20 ਗਜ਼ ਜਾਣਾ ਹੋਵੇ ਤਾਂ ਵੀ ਵਿਚਾਲੇ ਫਿਰ ਮੋਢਾ ਬਦਲਦੇ। ਉਹ ਵੀ ਇੱਕ ਵਹਿਮ ਵਿਸ਼ਵਾਸ ਹੈ। ਜੇ ਦੂਰ ਹੈ ਮੀਲ 2 ਮੀਲ ਤੇ ਬਦਲ ਲਓ, ਭਾਵੇਂ 2 ਵਾਰ ਬਦਲ ਲਓ ਮੋਢਾ, ਕੋਈ ਇਤਰਾਜ਼ ਨਹੀਂ। ਪਰ ਭਰਮ ਵਿੱਚ ਕਿਉਂ ਕਰਦੇ? ਸਿਰ ਵਿੱਚ ਠੋਰ ਮਾਰਦਾ ਮੁੰਡਾ ਆਪਣੇ ਬਾਪ ਦੇ, ਇਹ ਵੀ ਅੰਧ ਵਿਸ਼ਵਾਸ ਹੈ, ਨਹੀਂ ਕਰਨਾ ਚਾਹੀਦਾ।
कोई चिता उत्तर दक्खण ਨੂੰ ਰੱਖਣੀ, ਇਹ ਵੀ ਕੋਈ ਗਲਤ ਵਿਸ਼ਵਾਸ ਹੈ। ਇਹ ਵੀ ਸਾਰੇ ਫੁੱਲ ਚੁਗਣ ਦੀ ਮਨਾਹੀ ਹੈ ਸਿੱਖ ਧਰਮ ਦੇ ਵਿੱਚ। ਔਰ ਰਾਖ ਨੂੰ ਲੈ ਕੇ ਜਾ ਕੇ ਜਾਂ ਫੁੱਲਾਂ ਨੂੰ ਅਸਤਾਂ ਨੂੰ ਕਿਤੇ ਜਾ ਕੇ ਪਾਉਣਾ, ਇਹ ਵੀ ਮਨਮੱਤ ਹੈ। ਸਿੱਖ ਧਰਮ ਦੇ ਵਿੱਚ ਸਾਨੂੰ ਇਹੀ ਮਰਿਆਦਾ 'ਚ ਲਿਖਿਆ ਹੋਇਆ ਵੀ ਜਾਂ ਤਾਂ ਉਹ ਸਾਰੀ ਰਾਖ ਨੂੰ ਇਕੱਠੀ ਕਰਕੇ ਉੱਥੀ ਦੱਬ ਦਿਓ ਧਰਤੀ ਦੇ ਬਰਾਬਰ, ਜਾਂ ਉਹਨੂੰ ਕਿਸੇ ਚੱਲਦੇ ਪਾਣੀ ਦੇ ਵਿੱਚ ਵਿਸਰਜਨ ਕਰ ਦਿਓ, ਹਰਾ ਦਿਓ। ਉਹ ਚੁੱਕ ਕੇ ਕਿਸੇ ਖਾਸ ਜਗ੍ਹਾ 'ਤੇ ਜਾ ਕੇ ਪਾਉਣੇ, ਉੱਥੋਂ ਕੋਈ ਭਾਂਡਾ ਵੀ ਲੈ ਕੇ ਆਉਣਾ, ਐਸਾ ਕੁਝ ਚੱਲਦਾ ਹੈ ਸਮਾਜ ਦੇ ਵਿੱਚ। ਔਰ ਦੱਸਦੇ ਨੇ ਵੀ ਦੇਖਿਆ ਹੈ ਬਈ ਬੱਸ ਦੇ ਵਿੱਚ ਜਦੋਂ ਉਹ ਫੁੱਲ ਥੋੜ੍ਹੇ ਜਿਹੇ ਪੋਟਲੀ ਲਈ ਵੀ ਹੁੰਦੀ ਹੈ ਨਾ, ਕੋਲ ਕਿਲੋ 2 ਕਿਲੋ ਵਜ਼ਨ ਹੁੰਦਾ, ਉਹਦਾ ਵੀ ਟਿਕਟ ਕਟਾਇਆ ਜਾਂਦਾ ਹੈ। ਔਰ ਜਦ ਮੜੀਆਂ ਕੋਲ ਨੂੰ ਲੰਘ ਕੇ ਜਾਂਦਾ ਬੰਦਾ ਜਿਹੜਾ ਫੁੱਲ ਲੈ ਕੇ ਜਾ ਰਿਹਾ ਹੁੰਦਾ, ਉਹ ਹਾਕ ਮਾਰ ਕੇ ਜਾਂਦਾ ਵੀ ਆ ਜਾ ਫਲਾਣਾ ਸਿਆ, ਮੈਂ ਤੇਰੇ ਫੁੱਲ ਲੈ ਕੇ ਚੱਲਿਆ। ਐਸੇ ਐਸੇ ਅੰਧ ਵਿਸ਼ਵਾਸ, ਵਹਿਮ ਭਰਮ ਭਰੇ ਪਏ ਸਾਡੇ ਅੰਦਰ। ਕਦ ਨਿਕਲੂਗਾ ਬੰਦਾ? ਜਿੱਥੇ ਭਰਮ ਹੈ ਉੱਥੇ ਨਾਮ ਟਿਕ ਹੀ ਨਹੀਂ ਸਕਦਾ। ਇਹ ਭਰਮ ਨੂੰ ਸ਼ਬਦ ਕੱਢ ਸਕਦਾ। ਸ਼ਬਦ ਨਾਲ ਵੀ ਜੇ ਜੁੜੂਗਾ ਬੰਦਾ, ਵਿਚਾਰ ਕਰੂਗਾ ਤਾਂ। ਤੋ ਇੰਨੇ ਭਰਮ ਹੁੰਦੇ ਹੋਏ, ਇੰਨਾ ਗੁੱਲੀ ਡੰਡਾ ਅੰਦਰ ਹੁੰਦੇ ਹੋਏ, ਕਣਕ ਕਿੱਥੋਂ ਜੰਮ ਜੂਗੀ ਜਾਂ ਕਿੱਥੋਂ ਵੱਧ ਫੁੱਲ ਜੂਗੀ? ਨਹੀਂ ਵਧਣੀ। ਗੁੱਲੀ ਡੰਡੇ ਨੇ ਉੱਪਰ ਓਵਰ ਪਾਵਰ ਕਰ ਜਾਣਾ ਸਭ ਕੁਛ। ਭਰਮਾਂ ਨੇ ਸਾਨੂੰ ਓਵਰ ਪਾਵਰ ਕਰਿਆ ਹੋਇਆ। ਤੋ ਸਾਧ ਸੰਗਤ ਜੀਓ, ਇਹਨਾਂ ਭਰਮਾਂ 'ਚੋਂ ਨਿਕਲਣਾ ਹੈ ਆਪਾਂ। ਨਾਮ ਤਾਂ ਹੀ ਵਾਸਾ ਕਰੂਗਾ ਅੰਦਰ ਜੇ ਸਾਡੇ ਅੰਦਰੋਂ ਇਹ ਭਰਮ ਨਿਕਲਣਗੇ। ਪਰ ਗੱਲ ਇਹ ਵੀ ਦੇਖਦਾ ਦੱਸਦਾ ਵੀ ਬੰਦਾ ਕਰੇ ਵੀ ਕਿਆ। ਗੱਲ ਗੱਲ ਪਰ ਭਰਮ ਹੈ, ਗਿਆਨ ਹੈ ਨਹੀਂ। ਨਾ ਤਾਂ ਅਸੀਂ ਸਾਇੰਸ ਪੜ੍ਹੇ ਹੋਏ ਹਾਂ। ਆਮ ਜਨਤਾ ਕਿਹੜੇ ਸਾਇੰਸ ਪੜ੍ਹਦੀ ਹੈ? ਚਾਹੇ 12ਵੀਂ ਥਾਈਂ 11ਵੀਂ ਥਾਈਂ ਵੀ ਪੜ੍ਹ ਲਵੇ, ਉਹਦੇ ਨਾਲ ਵੀ ਬਹੁਤ ਗਿਆਨ ਪੈਦਾ ਹੋ ਜਾਂਦਾ। ਉਹ ਪੜ੍ਹੀ ਹੋਈ ਨਹੀਂ, ਬਾਣੀ ਦੀ ਵਿਚਾਰ ਨਹੀਂ ਕਰਦੇ। ਜੇ ਜਾਣੇ ਆ ਸਿੰਪਲੀ ਡੇਰਿਆਂ ਵਿੱਚ ਬਾਬਾ ਜੀ ਦੇ ਚਰਨੀ ਹੱਥ ਲਾ ਕੇ ਮੁੜਿਆ, ਉਹਨੇ ਵੀ ਬਾਬੇ ਦੀ ਕਿਰਪਾ ਕਰ ਦੇਣੀ। ਉਹ ਬਾਬਾ ਤਾਂ ਆਪ ਭਰਮਾਂ 'ਚ ਫਸਿਆ ਵਾ ਹੁੰਦਾ। ਇਸ ਕਰਕੇ ਸਾਧ ਸੰਗਤ ਜੀਓ, ਆਪਣੇ ਆਪ ਨੂੰ ਇਸ ਭਰਮ ਤੋਂ ਬਾਹਰ ਕੱਢੋ, ਇਹਨਾਂ ਭਰਮਾਂ ਤੋਂ। ਇਹਨਾਂ ਨੇ ਨਹੀਂ ਸਾਡਾ ਕਲਿਆਣ ਹੋਣ ਦੇਣਾ। ਇਹ ਵਹਿਮ ਮਾਤਰ ਹੈ, ਇਹਨਾਂ ਦੀ ਕੋਈ ਹੋਂਦ ਨਹੀਂ, ਐਗਜ਼ਿਸਟੈਂਸ ਕੋਈ ਨਹੀਂ। ਸਾਡੇ ਮਨ ਦੇ ਡਰ ਹੈ, ਫੋਬੀਏ। ਇਹ ਨਿਕਲੋਗੇ ਤਾਂ ਨਾਮ ਦਾ ਵਾਸਾ ਅੰਦਰ ਆਉਣਾ। ਜੇ ਕੋਈ ਦਾਅਵਾ ਕਰੇ ਵੀ ਮੇਰੇ ਅੰਦਰ ਨਾਮ ਆ ਗਿਆ, ਭਰਮ ਮੇਰੇ ਅੰਦਰ ਉੱਕਣੇ ਬੈਠੇ ਹੋ ਮੈਂ ਉਹਦੇ ਅੰਦਰ, ਤੇ ਕਿੱਕਣ ਨਾਮ ਵੱਜ ਜੂਗਾ ਅੰਦਰ? ਭਰਮ ਹੈ, ਭਰਮਾਂ ਨੂੰ ਤਾਂ ਕੱਢਣਾ ਹੀ ਪੈਣਾ। ਇਹ ਭਰਮ ਜਾਲ ਹੈ ਜਿਹੜਾ, ਇਹ ਬਹੁਤ ਸਦੀਆਂ ਤੋਂ ਚੱਲਿਆ ਆ ਰਿਹਾ, ਕੋਈ ਅੱਜ ਦਾ ਨਹੀਂ ਹੈ। ਗੱਲ ਗੱਲ ਵਿੱਚ ਭਰਮ ਹੈ। ਦੱਸ ਰਹੇ ਨੇ ਤਾਂ ਇਹ 10-20 ਗੱਲਾਂ ਕਰੀਆਂ ਭਰਮਾਂ ਦੀਆਂ, ਅੰਤ ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਇਹ ਭਰਮ। ਬੜੇ ਬੜੇ ਗ੍ਰੰਥ ਲਿਖੇ ਪਏ ਹੈ ਸੌਣ ਸ਼ਾਸਤਰ ਦੇ। ਇਸ ਕਰਕੇ ਇਹਨਾਂ 'ਚੋਂ ਆਪਾਂ ਨਿਕਲਣਾ। ਜੇ ਗੁਰੂ ਸਾਹਿਬ ਦੀ ਬਾਣੀ ਨਾ ਹੁੰਦੀ ਤਾਂ ਦਾਅਵੇ ਨਾਲ ਦਾਸਰਾ ਕਹਿੰਦਾ ਨਿਸ਼ਚੈ ਵੀ ਅਸੀਂ ਵੀ ਇਹੀ ਕੁਛ ਕਰਦੇ ਹੋਣਾ ਸੀ ਜਿਹੜਾ ਕੁਛ ਹੁਣ ਲੋਕ ਕਰ ਰਹੇ। ਗਿਆਨ ਹੋਣਾ ਹੀ ਨਹੀਂ ਸੀ, ਚਾਨਣਾ ਕਿੱਥੇ ਹੋਣਾ ਸੀ ਅੰਦਰ? ਹਨੇਰਾ, ਅੰਧਕਾਰ। ਇਹ ਅੰਧਕਾਰ ਹੈ ਸਾਰੇ, ਇਹਦੇ 'ਚੋਂ ਬਾਹਰ ਆਉਣਾ। ਜੇ ਆਪਾਂ ਇੱਕ ਕਦਮ ਚੱਲਾਂਗੇ, ਕੋਸ਼ਿਸ਼ ਕਰਾਂਗੇ, ਤਾਂ ਗੁਰੂ ਵੀ ਸਾਡੀ ਮਦਦ ਕਰੂਗਾ। ਜੇ ਅਸੀਂ ਤੁਰਨਾ ਹੀ ਨਹੀਂ ਚਾਹੁੰਦੇ ਉੱਧਰ ਨੂੰ, ਸਮਾਜ ਦੀਆਂ ਗੱਲਾਂ ਵਿੱਚ ਆਉਂਦੇ, ਲੋਕਾਂ ਨਾਲ ਚੱਲਣਾ ਚਾਹੁੰਦੇ, ਲੋਕ ਲਾਜ ਰੱਖਣਾ ਚਾਹੁੰਦੇ ਵੀ ਲੋਕ ਕਿਆ ਕਹੂੰਗੇ, ਫੇਰ ਨਹੀਂ ਇਹ ਗੱਲ ਬਣਨੀ ਹੈ। ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ ਹੈ ਵੀ ਜੇ ਚੇਚਕ ਹੋ ਗਈ ਤਾਂ ਮਾਤਾ ਰਾਣੀ ਦੀ ਪੂਜਾ ਕਰੋ, ਕਿਉਂਕਿ ਉਹ ਆਪ ਕਰਦੇ। ਜੇ ਸ਼ਬਦ ਨਾਲ ਜੁੜੂਗੇ ਤਾਂ ਇਹ ਭਰਮ ਹਟ ਜੂਗਾ। ਬਾਬਾ ਨਾਮਦੇਵ ਜੀ ਦਾ ਬਚਨ ਆਪ ਜੀ ਨਾਲ ਸਾਂਝਾ ਕਰਾਂ। ਭੈਰੋਂ ਭੂਤ ਸੀਤਲਾ ਧਾਵੈ, ਖਰ ਵਾਹਨੋ ਛਾਰ ਉਡਾਵੇ। ਭੈਰੋਂ ਦੇਵਤਾ ਹੈ, ਕਾਲੇ ਕੁੱਤੇ ਦੀ ਸਵਾਰੀ ਕਰਦਾ, ਵਾਹਨ ਹੈ ਉਹਦਾ ਕਾਲਾ ਕੁੱਤਾ। ਔਰ ਚੇਚਕ ਸੀਤਲਾ ਮਾਤਾ ਜਿਹੜੀ ਹੈਗੀ, ਉਹ ਸਵਾਰੀ ਕਰਦੀ ਹੈ ਖੋਤੇ ਦੀ। ਬਾਬਾ ਨਾਮਦੇਵ ਜੀ ਬਾਣੀ 'ਚ ਫਰਮਾਉਂਦੇ ਵੀ ਜਿਹੜਾ ਇਹਨਾਂ ਦੇ ਮਗਰ ਦੌੜਦਾ, ਯਾਨੀ ਇਹਨਾਂ ਨੂੰ ਧਾਉਂਦਾ, ਇਹਨਾਂ ਨੂੰ ਪੂਜਦਾ ਹੈ, ਖਰ ਵਾਹਨ ਉਹ ਛਾਰ ਉਡਾਵੇ, ਅਗਲੇ ਜਨਮ 'ਚ ਖੋਤਾ ਬਣ ਕੇ ਮਿੱਟੀ ਉਡਾਊਗਾ। ਦੇਖ ਲਓ ਕਿੰਨਾ ਸਖਤ ਹੁਕਮ ਹੈ। ਫਿਰ ਵੀ ਸਾਡੇ ਮਨ 'ਚ ਨਹੀਂ ਬੈਠੇ ਤਾਂ ਮਾੜੀ ਗੱਲ ਹੈ। ਫਿਰ ਜ਼ਰੂਰ ਆਪਣੇ ਆਪ ਨੂੰ ਪਕਿਆਈ ਕਰਨ ਖਾਤਰ, ਤਾਂ ਕਿ ਸਾਨੂੰ ਨਾਮ ਦੀ ਪ੍ਰਾਪਤੀ ਹੋਵੇ, ਜਿਹੜਾ ਕਿ ਦੁਰਲੱਭ ਹੈ, ਨਾਯਾਬ ਹੈ, ਉਹਦੀ ਪ੍ਰਾਪਤੀ ਖਾਤਰ ਇਹਨਾਂ ਭਰਮਾਂ 'ਚੋਂ ਨਿਕਲਣਾ ਪੈਣਾ। ਇਹ ਸ਼ਬਦ ਹੀ ਕੱਢ ਸਕਦਾ ਹੈ, ਸ਼ਬਦ ਦੀ ਸੰਗਤ ਕੱਢ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ। ਵਾਹਿਦ ਗੁਰੂ ਕੀ ਬਾਣੀ, ਵਿਚਾਰ, ਉਹ ਕੱਢ ਸਕਦੀ ਹੈ। ਥੋੜ੍ਹਾ ਬਹੁਤਾ ਸਾਇੰਸ ਕੱਢ ਦਿੰਦੀ ਹੈ, ਜਾਂ ਤਰਕਸ਼ੀਲਾਂ ਦਾ ਵੀ ਨਿਕਲ ਜਾਂਦਾ ਹੈ, ਪਰ ਉਹ ਬਾਹਰਲਾ ਭਰਮ ਤਾਂ ਹਟਾ ਲੈਂਦੇ ਤਰਕਸ਼ੀਲ, ਅੰਦਰਲਾ ਭਰਮ ਨਹੀਂ ਜਾਂਦਾ।
ਮੈਂ ਔਰ ਮੇਰੀ ਕਿਵੇਂ ਜਾਊਗਾ, ਉਹਦੀ ਸੋਝੀ ਓ ਨਹੀਂ ਹੈ। ਬਾਹਰਲੇ ਭਰਮਾਂ ਤੋਂ ਤਾਂ ਹਟ ਜੂਗੇ, ਜਠੇਰੇ ਪੂਜਣ ਤੋਂ ਵੀ ਹਟ ਜਾਣਗੇ, ਛਿੱਕ ਦਾ ਵਹਿਮ ਕਰਨੋਂ ਵੀ ਹਟ ਜਾਣਗੇ, ਤਰਕਸ਼ੀਲ ਕਰਦੇ ਆ ਇਸ ਤਰ੍ਹਾਂ। ਲੇਕਿਨ ਜਿਹੜਾ ਅੰਦਰਲਾ ਭਰਮ ਬੈਠਾ ਹਨੇਰਾ ਤਾਂ ਉਹਦਾ ਅੰਦਰ, ਦੂਜੇ ਭਉ ਦਾ, ਉਹ ਦੂਜੇ ਭਉ ਦਾ ਹਨੇਰਾ ਨਹੀਂ ਜਾਣਾ ਹੈ ਬਿਨਾਂ ਸ਼ਬਦ ਤੋਂ। ਉਹਦੇ ਬਿਨਾਂ ਫਿਰ ਸਾਡੇ ਅੰਦਰ ਨਾਮ ਨਹੀਂ ਟਿਕ ਸਕਦਾ। ਤੋ ਸਾਧ ਸੰਗਤ ਜੀ, ਉਹ ਵਿਚਾਰ ਕਾਫੀ ਲੰਬੀ ਹੋ ਚੁੱਕੀ ਹੈ, ਕੋਈ ਅਪਸ਼ਬਦ ਨਿਕਲ ਜਾਂਦਾ ਕਈ ਵਾਰੀ। ਇਹਦੇ ਨਾਲ ਇੱਕ ਗੱਲ ਹੋਰ ਦੱਸ ਰਿਹਾ, ਕਹਿੰਦੇ ਵੀ ਜਿਹੜਾ ਕਿਸੇ ਦਾ ਵਿਸ਼ਵਾਸ ਹੈ ਜਿਸ ਤਰ੍ਹਾਂ ਦਾ, ਉਹ ਕਰੇ, ਉਦੋਂ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਸਿੱਖ ਖਾਤਰ ਗੁਰੂ ਦੀ ਗੱਲ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਜੇ ਕੋਈ ਅਨਮਤੀਆ ਕਰਦਾ ਹੈ ਤਾਂ ਲੈਟ ਹਿਮ ਡੂ, ਉਹ ਪਿਆ ਕਰਦਾ ਰਹੇ, ਸਾਨੂੰ ਕੋਈ ਇਤਰਾਜ਼ ਨਹੀਂ। ਹਰ ਇੱਕ ਬੰਦੇ ਦਾ ਆਪਣਾ ਵਿਸ਼ਵਾਸ ਹੈ। ਪਰ ਜੋ ਗੁਰੂ ਗੱਲ ਕਹਿ ਰਿਹਾ, ਜੇ ਅਸੀਂ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ, ਫਿਰ ਅਸੀਂ ਗੁਰੂ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਵਾਲੇ ਹਾਂ? ਉੱਪਰੋਂ ਉੱਪਰੋਂ ਕਹਾਂਗੇ, ਗੁਰੂ ਵਾਲੇ ਜ਼ਰੂਰ ਹੋਣਗੇ, ਗੁਰੂ ਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਤੋ ਜਿੰਨਾ ਚਿਰ ਗੱਲ ਨਹੀਂ ਮੰਨਣੀ, ਉਨਾ ਚਿਰ ਬਾਤ ਨਹੀਂ ਆਉਣੀ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਤੋ ਦਿਓ ਆਗਿਆ, ਫਿਰ ਦੁਬਾਰਾ ਤੋਂ ਖਿਮਾ ਕਿਸੇ ਵੀ ਅਪਸ਼ਬਦ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।